उस समय के दौरान सिद्धू मूसे वाले जिहड़े पंजाब दे नामी कलाकार ने इन्हां दे नाल अमृत मान जां होर जिहड़े गायक कलाकार ने उन्होंने तुहाडे नाल संपर्क साधना चाਹਿਆ ਸੀ ते तुसीं उस धरने दे विच जे कह लईए सीधे शब्दां दे विच उन्हां नूं मना कीता सी। ਤੁਸੀਂ ਦੇਖੋ ਵੀ ਉਹਨਾਂ ਨੇ ਮੁੱਸੇ ਇਕੱਠ ਕੀਤਾ ਮਾਨਸਾ ਦੇ ਵਿੱਚ ਉੱਥੇ ਕਿੰਨੀ ਕੀ ਕਿਹੋ ਜਿਹਾ ਦੇਖਿਆ ਕਿਹੋ ਜਿਹਾ ਪ੍ਰੋਗਰਾਮ ਸੀ ਕੀ ਤੁਸੀਂ ਉਹ ਸਟੇਜ ਵੀ ਦੇਖੀ ਹੈ ਸਾਡੀ ਸਟੇਜ ਵੀ ਦੇਖੀ ਸਾਡੇ ਜਦੋਂ ਬੁਲਾਰਾ ਬੋਲਦਾ ਪੱਤਾ ਨਹੀਂ ਫਰਕਦਾ ਉੱਥੇ ਜਦੋਂ ਬੁਲਾਰਾ ਬੋਲਦਾ ਚੀਕਾਂ ਪੈਂਦੀਆਂ ਨੇ। ਉਗਰਾਹਾਂ ਯੂਨੀਅਨ ਵੱਲੋਂ ਖਾਸ ਕਰਕੇ ਇੱਕ ਮੰਗ ਉਠਾਈ ਜਾ ਰਹੀ ਸੀ कि जिहड़ा बादल परिवार का अस्तीफा है एक ड्रामा है, इस तो बाद कुछ नहीं, असीं इन्हां नूं घर बिठावांगे, इन्हां दा तोड़ विछोड़ा बीजेपी नालों करावांगे। उन्हां दा तोड़ विछोड़ा भी हो चुका है पिछले घंटिਆਂ दौरान। तुहाडा की प्रतिक्रम है? ਤੁਸੀਂ ਦੇਖਿਆ ਹੋਣਾ 25 ਦੇ ਬੰਦ ਦੇ ਵਿੱਚ ਉਹਨਾਂ ਤੋਂ ਬੰਦੇ ਪੂਰੇ ਨਹੀਂ ਹੋ ਸਕੇ। ਜਾਮ ਦਾ ਜਿਹੜਾ ਇੱਕ ਕਿਸਮ ਦਾ 25 ਦਾ ਬੰਦ ਦਾ ਸੱਦਾ ਹੈ ਉਹ ਇਹਨਾਂ ਦਾ ਫੇਲ ਹੀ ਹੋਇਆ ਤਕਰੀਬਨ। ਇਸ ਕਰਕੇ ਉਹਨਾਂ ਨੇ ਕੰਧ ਤੇ ਲਿਖਿਆ ਪੜ੍ਹ ਲਿਆ। ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਆਪਣੇ ਫੈਸਲੇ ਬਦਲ ਲਏ। ਇਹ ਚਲੋ ਉਹਨਾਂ ਨੇ ਇਹ ਤਾਂ ਚੰਗਾ ਕੀਤਾ ਵੀ ਆਪਦਾ ਲਾਇੰਸ ਤੋੜ ਕੇ ਲੋਕਾਂ ਦੇ ਵਿੱਚ ਰਲਣ ਜੋਗੇ ਹੋ ਗਏ, ਕੁਝ ਕਹਿਣ ਜੋਗੇ ਹੋ ਗਏ। ਇਹ ਕੀ ਹੈ ਜਿਹੜਾ ਇਹਨਾਂ ਦਾ ਕੋਈ ਸਾਬਕਾ ਸਿਹਤ ਮੰਤਰੀ ਹੈ ਸੁਰਜੀਤ ਸਿੰਘ ਜਾਣੀ, ਉਹਨਾਂ ਦਾ ਮੈਨੂੰ ਫੋਨ ਆਇਆ ਸੀ, ਉਹਨਾਂ ਨੇ ਸੰਪਰਕ ਕਰਨ ਦੀ ਗੱਲ ਕੀਤੀ ਸੀ। ਉਹਨਾਂ ਨੇ ਵੀ ਰੱਖਿਆ ਸੀ ਵੀ ਰਾਜਨਾਥ ਨਾਲ ਗੱਲ ਕਰਾ ਦਿੰਦੇ ਹਾਂ। ਸਮਾਂ ਤਾਂ ਇਹ ਨਹੀਂ ਗੱਲ ਕਹਿੰਦਾ ਨਹੀਂ ਕਿ ਮੈਨੂੰ ਗਿਟਕਾਂ ਗਿਣਨ 'ਤੇ ਰੱਖ ਲੈ ਬੇਰੀਆਂ ਦੇ ਬੇਰ ਖਾਣੀ ਹੈ। ਇਹ ਕੀ ਹੁਣ ਨੌਜਵਾਨੀ ਗਿਟਕਾਂ ਗਿਣਨ ਵਾਲੀ ਰਹੇਗੀ ਬਸ। ਹਰਭਜਨ ਮਾਨ ਨੇ ਨਾਭੇ ਸਟੇਜ ਲੱਗੀ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਮੈਂ ਜਿਸ ਦਿਨ ਦਾ ਗਾਉਣ ਲੱਗਾ ਵਾਂ ਮੈਂ ਸਾਰੇ ਗੀਤ ਉਹ ਗਾਏ ਨੇ ਜਿਹੜਾ ਮੈਂ ਆਪਣੀ ਭੈਣ ਦੇ ਨਾਲ ਬੈਠ ਕੇ ਗੀਤਾਂ ਨੂੰ ਸੁਣ ਸਕਾਂ। ਬਿਲਕੁਲ ਠੀਕ ਕੀਤਾ ਸੀ। ਤਾਂ ਕਹਿੰਦਾ ਵੀ ਇਸ ਤਰ੍ਹਾਂ ਦੇ ਕਲਾਕਾਰ ਚਾਹੀਦੇ ਨੇ ਸਾਨੂੰ। ਦੇਖੋ ਮੈਂ ਹਮੇਸ਼ਾ ਖਰਾਣਾ ਬਾਰੇ ਕੁਝ ਬਹੁਤਾ ਨਹੀਂ ਜਾਣਦਾ, ਉਹ ਮੈਨੂੰ ਜਾਣਕਾਰੀ ਨਹੀਂ ਹੈ ਵੀ ਉਹ ਇਹ ਜਿਹੜੀਆਂ ਗੀਤਕਾਰੀ ਹੈ ਤੂੜੀ ਪਾਉਂਦੀ ਦੀ ਗੁੱਤ ਲਿਬੜੀ, ਇਹ ਕਿਹੜੇ ਗੀਤਕਾਰੀ ਹੈ? ਕੌਣ ਪਾਊਗਾ ਤੂੜੀ ਭਲਾ? ਤੂੜੀ ਕਿਸੇ ਮਜ਼ਦੂਰ ਦੀ ਧੀ ਪਾਊਗੀ, ਤੂੜੀ ਕਿਸੇ ਕਿਸਾਨ ਦੀ ਧੀ ਪਾਊਗੀ। ਟਾਟੇ ਬਿਰਲਿਆਂ ਦੀ ਧੀ ਨੇ ਤਾਂ ਤੂੜੀ ਪਾਉਣੀ ਨਹੀਂ। ਅਸੀਂ ਤਾਂ ਚੈਲੰਜ ਕਰਦੇ ਹਾਂ, ਜੇ ਕਿਸੇ ਨੇ ਨਵੀਆਂ ਆਰਥਿਕ ਨੀਤੀਆਂ 'ਤੇ ਸਾਡੇ ਨਾਲ ਬਹਿਸ ਕਰਨੀ ਹੋਵੇ, ਵਿੱਚ ਹੀ ਬੀਜੇਪੀ ਵਾਲੇ ਬਹਿ ਜਾਣ, ਵਿੱਚ ਹੀ ਅਕਾਲੀ ਬਹਿ ਜਾਣ। ਅਸੀਂ ਕਹਿੰਦੇ ਹਾਂ ਵੀ ਤੁਸੀਂ ਸਾਰੇ ਜਿੱਥੇ ਬੀਜੇਪੀ ਵਾਲੇ ਨੇ, ਵਿੱਚ ਹੀ ਆਪ ਵਾਲੇ ਨੇ, ਵਿੱਚ ਹੀ ਅਕਾਲੀ ਨੇ, ਵਿੱਚ ਹੀ ਕਾਂਗਰਸੀ ਨੇ, ਤੁਸੀਂ ਸਾਰੇ ਨਵੀਆਂ ਆਰਥਿਕ ਨੀਤੀਆਂ ਦੇ ਸਾਰੇ ਇੱਕ ਮਤ ਤੋਂ, ਤੁਸੀਂ ਸਾਰੇ ਆਰਥਿਕ ਨੀਤੀਆਂ ਦੇ ਜਿਹੜੀਆਂ ਨੀਤੀਆਂ ਦੇ ਤਹਿਤ ਸਾਰਾ ਕੁਝ ਹੋ ਰਿਹਾ ਉਹ ਤਾਂ ਤੁਹਾਡਾ ਸਾਰਿਆਂ ਦਾ ਕਿਤੇ ਨਾ ਕਿਤੇ ਡੱਕਾ ਡਿੱਗਿਆ ਉੱਧਰਲੇ ਪਾਸੇ। ਅਸੀਂ ਵਿਰੋਧੀ ਹਾਂ। ਬਿਲਕੁਲ ਕੀਤਾ ਸੀ। 10 ਸਤੰਬਰ ਵਾਲੇ 10 ਸਤੰਬਰ ਨੂੰ ਸਾਡੀ ਮੀਟਿੰਗ ਹੋਈ ਹੈ ਚੰਡੀਗੜ੍ਹ। ਅਕਾਲੀ ਪਾਰਟੀ ਨੇ ਬਕਾਇਦਾ ਸਾਨੂੰ ਲਿਖਤੀ ਚਿੱਠੀ ਦਿੱਤੀ ਸੀ ਵੀ ਸਾਡੇ ਨਾਲ ਬੈਠ ਕੇ ਮੀਟਿੰਗ ਕਰੋ ਇਹਨਾਂ ਦੇ ਉੱਤੇ, ਆਰਡੀਨੈਂਸਾਂ ਦੇ ਉੱਤੇ। ਉਸ ਮੀਟਿੰਗ ਦੇ ਵਿੱਚ ਉਸ ਟਾਈਮ ਅਕਾਲੀ ਦਲ ਦਾ ਸਟੈਂਡ ਸੀ ਵੀ ਜੀ ਜਿਹੜੇ ਇਹਦੇ ਵਿੱਚ ਆਰਡੀਨੈਂਸ ਦੇ ਵਿੱਚ ਗਲਤ ਲਾਈਨ ਹੈ ਜੀ ਆਪਾਂ ਕਟਵਾ ਦਿੰਦੇ ਹਾਂ। ਅਸੀਂ ਤਾਂ ਕਿਹਾ ਸੀ ਵੀ ਤੁਸੀਂ ਭੁਲੇਖੇ 'ਚੋਂ, ਇਹ ਸਾਰੇ ਦਾ ਸਾਰਾ ਆਰਡੀਨੈਂਸ ਖਰਾਬ ਹੈ, ਇਹ ਆਰਡੀਨੈਂਸ ਕਿਸਾਨ ਵਿਰੋਧੀ ਹੈ, ਤੁਸੀਂ ਪੜ੍ਹੋ ਇਹਨੂੰ। ਉਹਨਾਂ ਨੇ ਚੰਗੀ ਗੱਲ ਹੈ ਵੀ ਸਾਡੀ ਗੱਲ ਸੁਣੀ ਹੈ। ਗੱਲ ਸੁਣ ਕੇ ਉਹਨਾਂ ਨੇ ਕੋਈ ਤਰ੍ਹਾਂ ਬਦਲਿਆ। ਹੁਣ ਕੱਲ੍ਹ ਇੱਕ ਪੰਜਾਬ ਦੇ ਵਿੱਚ ਤਾਂ ਬੀਜੇਪੀ ਵਾਲੇ ਰਹਿ ਗਏ। ਇਹਨਾਂ ਭਰਾਵਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਭਾਈ ਸੋਚ ਲਓ, ਇਹ ਠੀਕ ਨਹੀਂ ਹੈਗਾ। ਪੈਰਾਂ ਤੋਂ ਮਿੱਟੀ ਨਿਕਲ ਜੂਗੀ ਤੁਹਾਡੇ, ਲੋਕਾਂ ਨੇ ਨਹੀਂ ਮਾਫ਼ ਕਰਨਾ। ਸਾਡੇ ਧਰਨੇ 'ਚ ਤਾਂ ਭਗਵੰਤ ਮਾਨ ਨਹੀਂ ਪਹੁੰਚ ਸਕਦਾ। ਜੇ ਤੁਹਾਡੀ ਗੱਲਬਾਤ ਤੋਂ ਵੇਖਿਆ ਜਾਵੇ ਇਹਦਾ ਮਤਲਬ ਇਹ ਕਿ ਸਿਆਸੀ ਸਟੰਟ ਹੈ ਮਾਨ ਸਾਹਿਬ ਦਾ। ਇੱਕ ਇਹ ਹੈ ਵੀ ਇਹ ਠੀਕ ਹੈ, ਚਲੋ ਉਹਨਾਂ ਨੂੰ ਲੱਗ ਸਕਦਾ ਹੋਊਗਾ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਮੈਂ ਤਾਂ ਤੁਹਾਨੂੰ ਇੱਕ ਕਹਿਣਾ ਚਾਹੁੰਦਾ ਵੀ ਠੀਕ ਹੈ, ਉਹਨਾਂ ਕੋਲੇ ਗ੍ਰਾਮ ਸਭਾ ਕੋਲੇ ਇਹ ਅਧਿਕਾਰ ਹੋਊਗਾ, ਉਹਨਾਂ ਨੇ ਪੜ੍ਹਿਆ ਹੋਊਗਾ। ਇਹ ਜਿਹੜੇ ਲੋਕ ਨੇ ਇਹ ਹੁਮਾਂ ਦੇ ਮਾਰੇ ਹੋਏ ਨੇ, ਇਹਦੀ ਅਸੀਂ ਸ਼ਰੇਆਮ ਮਾਫ਼ੀ ਮੰਗਦੇ ਹਾਂ ਉਹਨਾਂ ਤੋਂ, ਉਹ ਸਾਨੂੰ ਮਾਫ਼ ਕਰਨ ਸਾਡੇ ਭਰਾ। ਸਵਾਗਤ ਹੈ ਉਗਰਾਹਾਂ ਸਾਹਿਬ। ਧੰਨਵਾਦ ਜੀ। ਉਗਰਾਹਾਂ ਸਾਹਿਬ, ਜਿਵੇਂ ਕਿ ਪਿਛਲੇ ਦਿਨਾਂ ਦੌਰਾਨ ਲਗਾਤਾਰ ਵੱਡੀ ਗਿਣਤੀ ਦੇ ਵਿੱਚ, ਇਹ ਕਹਿ ਲਈਏ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਸਮਰਥਨ ਦਿੱਤਾ ਹੈ, ਇੱਕਜੁੱਟਤਾ ਵਿਖਾਈ ਹੈ। ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਕੁੱਦੇ ਨੇ ਤੇ ਉਸ ਤੋਂ ਬਾਅਦ 'ਚ 26 ਤਰੀਕ ਨੂੰ ਜਿਵੇਂ ਐਲਾਨ ਕੀਤਾ ਗਿਆ ਕਿ ਇਸ ਅੰਦੋਲਨ ਨੂੰ ਇੱਥੇ ਹੀ ਰੋਕਿਆ ਜਾਏ, ਅਗਲੀ ਕਾਰਵਾਈ ਦੱਸਾਂਗੇ। ਇਸ ਦੇ ਨਾਲ ਨਾਲ ਉਗਰਾਹਾਂ ਯੂਨੀਅਨ ਵੱਲੋਂ ਖਾਸ ਕਰਕੇ ਇੱਕ ਮੰਗ ਉਠਾਈ ਜਾ ਰਹੀ ਸੀ ਕਿ ਜਿਹੜਾ ਬਾਦਲ ਪਰਿਵਾਰ ਦਾ ਅਸਤੀਫਾ ਹੈ ਇੱਕ ਡਰਾਮਾ ਹੈ, ਇਸ ਤੋਂ ਬਾਅਦ ਕੁਝ ਨਹੀਂ, ਅਸੀਂ ਇਹਨਾਂ ਨੂੰ ਘਰ ਬਿਠਾਵਾਂਗੇ, ਇਹਨਾਂ ਦਾ ਤੋੜ ਵਿਛੋੜਾ ਬੀਜੇਪੀ ਨਾਲੋਂ ਕਰਾਵਾਂਗੇ। ਉਹਨਾਂ ਦਾ ਤੋੜ ਵਿਛੋੜਾ ਵੀ ਹੋ ਚੁੱਕਿਆ ਪਿਛਲੇ ਘੰਟਿਆਂ ਦੌਰਾਨ। ਤੁਹਾਡਾ ਕੀ ਪ੍ਰਤੀਕਰਮ ਹੈ? ਦੇਖੋ, ਜਿਹੜਾ ਹੈਗਾ ਬਾਦਲ ਪਰਿਵਾਰ ਦਾ ਸੰਬੰਧ ਪੋਲੀਟੀਕਲ ਪਾਰਟੀ ਹੈ, ਉਹਨਾਂ ਨੇ ਕੀ ਫੈਸਲਾ ਲੈਣਾ ਹੈ ਉਹਨਾਂ ਨੇ ਆਪ ਦੇਖਣਾ।
ਸਾਡੀ ਕੋਈ ਐ ਮੰਗ ਹੈ ਵੀ ਉਹ ਇਹਦੇ ਨਾਲ ਜਾਂ ਅਸਤੀਫਾ ਦੇ ਦੇਣਾ, ਅਸਤੀਫਾ ਦੇ ਕੇ ਬਰੀ ਹੋ ਜਾਣਗੇ, ਜਾਂ ਉਹ ਪਾਰਲੀਮੈਂਟ ਦੇ ਵਿੱਚ ਵਿਰੋਧੀ ਵੋਟ ਪਾ ਦੇਣਾ। ਕੋਈ ਇਸ ਕਿਸਮ ਦੀ ਮੰਗ ਅਸੀਂ ਉਹਨਾਂ ਤੋਂ ਨਹੀਂ ਕੀਤੀ। ਨਾ ਹੀ ਅਸੀਂ ਕਦੇ ਐਂ ਕਿਹਾ ਵੀ ਅਸੀਂ ਭਾਈ ਤੁਸੀਂ ਅਲਾਇੰਸ ਤੋਂ ਬਾਹਰ ਆ ਜਾਓ, ਅਲਾਇੰਸ ਤੋੜ ਲਓ। ਇਹ ਚੰਗਾ ਮਾੜਾ ਦੇਖਣਾ ਉਹਨਾਂ ਨੇ 25 ਦੇ ਬੰਦ ਦੇ ਵਿੱਚ ਆਪਦਾ ਸ਼ੀਸ਼ਾ ਦੇਖ ਲਿਆ। ਲੋਕਾਂ ਦੇ ਵਿੱਚ ਬੀਜੇਪੀ ਦੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਨਾਲ ਉਹਨਾਂ ਦੇ ਨਾਲ ਜੁੜ ਕੇ ਬੈਠਣ ਦਾ ਅਕਾਲੀ ਪਾਰਟੀ ਨੇ ਸਿੱਟਾ ਦੇਖ ਲਿਆ। ਤੁਸੀਂ ਦੇਖਿਆ ਹੋਣਾ 25 ਦੇ ਬੰਦ ਦੇ ਵਿੱਚ ਉਹਨਾਂ ਤੋਂ ਬੰਦੇ ਪੂਰੇ ਨਹੀਂ ਹੋ ਸਕੇ। ਜਾਮ ਦਾ ਜਿਹੜਾ ਇੱਕ ਕਿਸਮ ਦਾ 25 ਦਾ ਬੰਦ ਦਾ ਸੱਦਾ ਹੈ, ਉਹ ਇਹਨਾਂ ਦਾ ਫੇਲ ਹੀ ਹੋਇਆ ਤਕਰੀਬਨ। ਇਸ ਕਰਕੇ ਉਹਨਾਂ ਨੇ ਕੰਧ 'ਤੇ ਲਿਖਿਆ ਪੜ੍ਹ ਲਿਆ। ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਆਪਣੇ ਫੈਸਲੇ ਬਦਲ ਲਏ। ਇਹ ਚਲੋ ਉਹਨਾਂ ਨੇ ਇਹ ਤਾਂ ਚੰਗਾ ਕੀਤਾ ਵੀ ਆਪਦਾ ਅਲਾਇੰਸ ਤੋੜ ਕੇ ਲੋਕਾਂ ਦੇ ਵਿੱਚ ਰਲਣ ਜੋਗੇ ਹੋ ਗਏ, ਕੁਛ ਕਹਿਣ ਜੋਗੇ ਹੋ ਗਏ। ਪਰ ਉਹਨਾਂ ਦੀ ਜਿਹੜੀ ਪਾਰਟੀ ਅਲਾਇੰਸ ਹੈ, ਜਿਹੜੀ ਬੀਜੇਪੀ ਦੀ ਜਿੱਥੇ ਸ਼ਾਖ ਬੈਠੀ ਹੈ ਜੇ ਪੰਜਾਬ ਦੇ ਵਿੱਚ, ਉਹਦੇ ਨਾਲ ਵੀ ਹੁਣ ਉਹਨੂੰ ਵੀ ਨਿਸ਼ਾਨੇ 'ਤੇ ਲਿਆਉਣ ਦੀ ਲੋੜ ਹੈ। ਅਸੀਂ ਸਮਝਦੇ ਹਾਂ ਵੀ ਇੱਥੇ ਪੰਜਾਬ ਦੇ ਵਿੱਚ ਜੇ ਸਾਰੀਆਂ ਪੋਲੀਟੀਕਲ ਧਿਰਾਂ, ਜਨਤਕ ਜਥੇਬੰਦੀਆਂ, ਸਾਰੇ ਵਪਾਰੀ ਤਬਕੇ, ਬਿਜ਼ਨਸ ਵਾਲੇ, ਮਜ਼ਦੂਰ, ਸਾਰੇ ਛੋਟੇ ਦੁਕਾਨਦਾਰ, ਛੋਟੇ ਇੰਡਸਟਰੀ ਮਾਲਕ, ਆੜ੍ਹਤੀਏ, ਸਾਰੇ ਇਕੱਠੇ ਹੋ ਕੇ ਲੜ ਰਹੇ ਨੇ, ਤਾਂ ਬੀਜੇਪੀ ਵਾਲੇ ਕਿਹੜੀ ਗੱਲ ਦੇ ਪਿੱਛੇ ਚੁੱਪ ਕਰੇ ਬੈਠੇ ਹੈ? ਉਹ ਕਿਵੇਂ ਕਹਿੰਦੇ ਬੀਜੇਪੀ ਠੀਕ ਹੈ? ਉਹ ਨਿਸ਼ਾਨੇ 'ਤੇ ਹੋਣੇ ਚਾਹੀਦੇ ਹੈ। ਅਤੇ ਜਿਵੇਂ ਹੁਣ ਅਕਾਲੀ ਮੁੜ ਕੇ ਇਹ ਲੋਕਾਂ ਦੀ ਬੋਲੀ ਬੋਲਣ ਲੱਗ ਗਏ, ਉਹਨਾਂ ਨੂੰ ਵੀ ਆਪਣੀ ਬੋਲੀ ਬੋਲਣ ਲਾਵਾਂਗੇ ਅਸੀਂ ਅਗਲੇ ਪ੍ਰੋਗਰਾਮ। ਉਗਰਾਹਾਂ ਸਾਹਿਬ, ਜਿਵੇਂ ਦੇਸ਼ ਦੀਆਂ, ਖਾਸ ਕਰਕੇ ਪੰਜਾਬ ਦੀਆਂ 31 ਯੂਨੀਅਨਾਂ ਨੇ ਪੰਜਾਬ ਬੰਦ ਦੇ ਦੌਰਾਨ ਇਕਜੁੱਟਤਾ ਵਿਖਾਈ ਸੀ। ਤੁਹਾਨੂੰ ਇਹ ਇਕਜੁੱਟਤਾ ਸੰਪੂਰਨ ਲੱਗੀ ਹੈ ਜਾਂ ਕਿਤੇ ਨਾ ਕਿਤੇ ਕੁਝ ਫਰਕ ਲੱਗਿਆ? ਦੇਖੋ, ਇਹ ਇਸ਼ੂ 'ਤੇ ਇਕਜੁੱਟਤਾ ਹੈ। ਸਾਡੀ ਇਸ਼ੂ 'ਤੇ ਇਕਜੁੱਟਤਾ ਤਾਂ ਹੁਣ ਆੜ੍ਹਤੀਆਂ ਨਾਲ ਵੀ ਬਣ ਗਈ, ਵਪਾਰੀਆਂ ਨਾਲ ਵੀ ਬਣ ਗਈ, ਜਿਹੜੀਆਂ ਇਕਜੁੱਟਤਾ 'ਤੇ ਲੜਦੇ ਛੋਟੇ ਛੋਟੇ ਦੁਕਾਨਦਾਰਾਂ ਨਾਲ ਵੀ ਬਣ ਗਈ। ਇਕਜੁੱਟਤਾ, ਕਿਸੇ ਇਸ਼ੂ 'ਤੇ ਇਕਜੁੱਟਤਾ ਹੋਣੀ ਸ਼ੁਭ ਸ਼ਗਨ ਹੈ। ਵੀ ਸਾਰਿਆਂ ਨੇ ਘੱਟੋ ਘੱਟ ਆਰਡੀਨੈਂਸਾਂ ਦਾ ਵਿਰੋਧ ਤਾਂ ਕੀਤਾ, ਉਹ 'ਤੇ ਇਸ਼ੂ ਦੇ ਉੱਤੇ ਇਕਜੁੱਟਤਾ ਬਣਨੀ ਅਤੇ ਉਹ 'ਤੇ ਐਕਸ਼ਨ 'ਤੇ ਸਹਿਮਤੀ ਬਣ ਜਾਣੀ, ਇਹ ਚੰਗੀ ਗੱਲ ਹੈ। ਪਰ ਇਹਦੇ 'ਚ ਜਿਹੜਾ ਇੱਕ ਜਥੇਬੰਦੀਆਂ ਨੇ, ਜੇ ਕੋਈ ਜਥੇਬੰਦੀਆਂ ਕਹਿਣ ਵੀ 31 ਦੀ ਜਥੇਬੰਦੀ ਬਣ ਗਈ, 31 ਦਾ ਇੱਕ ਫਰੰਟ ਬਣ ਗਿਆ, ਹੁਣ ਅਸੀਂ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ। ਜਿਹੜੇ ਵਿਚਾਰਧਾਰਕ ਮਤਭੇਦ ਨੇ ਉਹ ਬਹੁਤ ਜ਼ਿਆਦਾ ਨੇ। ਤੁਹਾਨੂੰ ਸਾਡਾ ਪਤਾ ਹੀ ਹੈ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣੀ ਸਟੇਜ ਤੋਂ ਬੋਲਣ ਨਹੀਂ ਦਿੰਦੇ। ਅਤੇ ਜਿਹੜੀਆਂ ਦੂਜੀਆਂ ਹੁਣ ਜਥੇਬੰਦੀਆਂ ਨੇ, ਉਹਨਾਂ ਦੇ ਵਿਚਾਰ ਕੁਛ ਹੋਰ ਨੇ, ਉਹਨਾਂ ਦੇ ਵੱਖ ਨੇ। ਕੁਛ ਜਥੇਬੰਦੀਆਂ ਪੋਲੀਟੀਕਲ ਲੋਕਾਂ ਨੂੰ ਬੁਲਾਉਂਦੀਆਂ ਵੀ ਨੇ। ਕੁਛ ਲੋਕਾਂ ਪਿਛਲੇ ਸਮੇਂ ਦੇ ਵਿੱਚ, ਬੰਦ ਵਾਲੇ ਸਮੇਂ 'ਚ, ਕੁਛ ਲੋਕਾਂ ਦੀਆਂ ਮਤਲਬ ਜਥੇਬੰਦੀਆਂ ਦੇ ਸਟੇਜਾਂ 'ਤੇ ਪੋਲੀਟੀਕਲ ਲੋਕ ਬੋਲ ਕੇ ਗਏ ਨੇ। ਜਿਵੇਂ ਆਪਾਂ ਕਹਿ ਦਈਏ ਵੀ ਇੱਥੇ ਸੰਗਰੂਰ ਦੇ ਨੇੜੇ ਪਰਮਿੰਦਰ ਢੀਂਡਸਾ ਹੀ ਬੋਲ ਕੇ ਗਏ, ਉਹਨਾਂ ਦੀ ਸਟੇਜ ਤੋਂ ਇੱਥੇ ਆਪਣੇ ਜਥੇਬੰਦੀਆਂ ਦੀ ਸਟੇਜ ਲੱਗੀ ਹੋਈ ਸੀ। ਇਸ ਕਿਸਮ ਦਾ ਸਾਡਾ ਬਖਰੇਵਾਂ, ਜਿਹੜਾ ਨੀਤੀਆਂ ਦਾ ਬਖਰੇਵਾਂ ਸਾਡਾ, ਉਹ ਹੈਗਾ, ਉਹ ਅਜੇ ਮਿਟਿਆ ਨਹੀਂ। ਮੁੱਦਿਆਂ 'ਤੇ ਸਾਡੀ ਸਾਂਝ ਹੈ, ਇਹ ਸ਼ੁਭ ਸ਼ਗਨ ਹੈ। ਰੇਲ ਰੋਕੋ ਅੰਦੋਲਨ ਸੀ, ਇਹ ਪ੍ਰਦਰਸ਼ਨ ਸਨ। ਇਸ ਦੇ ਚੱਲਦੇ ਹੀ ਉਗਰਾਹਾਂ ਜਥੇਬੰਦੀ ਦੇ ਜ਼ਿੰਮੇਵਾਰ ਆਗੂਆਂ ਨੇ ਇਹ ਵੀ ਇੱਕ ਬਿਆਨ ਦਿੱਤਾ ਹੈ ਕਿ ਦਿੱਲੀ ਨੇ ਸੰਪਰਕ ਕਰਨਾ ਚਾਹਿਆ ਉਗਰਾਹਾਂ ਸਾਹਿਬ ਨਾਲ, ਪੰਜਾਬ ਦੇ ਇੱਕ ਵੱਡੇ ਲੀਡਰ ਦੇ ਰਾਹੀਂ। ਕੀ ਕਹਿਣਾ ਚਾਹੋਗੇ? ਠੀਕ ਹੀ ਹੈ। ਜਿਹੜਾ ਇਹਨਾਂ ਦਾ ਕੋਈ ਸਾਬਕਾ ਸਿਹਤ ਮੰਤਰੀ ਹੈ ਸੁਰਜੀਤ ਸਿੰਘ ਜਾਣੀ, ਉਹਨਾਂ ਦਾ ਮੈਨੂੰ ਫੋਨ ਆਇਆ ਸੀ। ਉਹਨਾਂ ਨੇ ਸੰਪਰਕ ਕਰਨ ਦੀ ਗੱਲ ਕੀਤੀ ਸੀ। ਉਹਨਾਂ ਨੇ ਵੀ ਰੱਖਿਆ ਸੀ ਵੀ ਰਾਜਨਾਥ ਨਾਲ ਗੱਲ ਕਰਾ ਦਿੰਦੇ ਹਾਂ। ਅਸਲ ਵਿੱਚ ਗੱਲ ਕਰਨ ਦਾ ਫਾਇਦਾ ਫਿਰ ਹੁੰਦਾ ਜੇ ਕੋਈ ਪੋਜ਼ੀਟਿਵ ਸੋਚਦਾ ਹੋਵੇ। ਜੇ ਬੀਜੇਪੀ ਦੀ ਸੋਚ ਅਜੇ ਵੀ ਖੜੀ ਹੈ ਵੀ ਆਰਡੀਨੈਂਸ ਤਾਂ ਠੀਕ ਨੇ, ਸੁਣ ਤਾਂ ਕਾਂਗਰਸ ਵਾਲੇ ਗੁੰਮਰਾਹ ਕਰ ਰਹੇ ਨੇ, ਸੁਣ ਤਾਂ ਅਕਾਲੀ ਗੁੰਮਰਾਹ ਕਰ ਰਹੇ ਨੇ, ਸੁਣ ਤਾਂ ਆਪ ਵਾਲੇ ਗੁੰਮਰਾਹ ਕਰ ਰਹੇ ਨੇ, ਇਹਦਾ ਮਤਲਬ ਅਸੀਂ ਆਪਦਾ ਦਿਮਾਗ ਨਹੀਂ ਵਰਤ ਰਹੇ। ਇਹ ਉਹਨਾਂ ਨੂੰ ਭੁਲੇਖਾ ਹੈ ਵੀ ਕੀ ਉਹ ਕਾਂਗਰਸ ਦੇ ਵਿੱਚ ਜਾਂ ਆਪ ਵਾਲਿਆਂ ਦੇ ਵਿੱਚ ਜਾਂ ਅਕਾਲੀਆਂ ਦੇ ਵਿੱਚ ਵੱਡੇ ਦਿਮਾਗ ਵਾਲੇ ਲੋਕ ਬੈਠੇ ਨੇ, ਵੱਡੇ ਪੜ੍ਹੇ ਲਿਖੇ ਨੇ, ਜਿਹੜੇ ਸਾਡੇ ਨਾਲੋਂ ਜ਼ਿਆਦਾ ਜਾਣਦੇ ਨੇ। ਜੇ ਕਿਸੇ ਨੂੰ ਐਂ ਕਹਿਣਾ ਹੋਵੇ ਅਸੀਂ ਤਾਂ ਚੈਲੰਜ ਕਰਦੇ ਹਾਂ। ਜੇ ਕਿਸੇ ਨੇ ਨਵੀਆਂ ਆਰਥਿਕ ਨੀਤੀਆਂ 'ਤੇ ਸਾਡੇ ਨਾਲ ਬਹਿਸ ਕਰਨੀ ਹੋਵੇ, ਵਿੱਚ ਹੀ ਬੀਜੇਪੀ ਵਾਲੇ ਬਹਿ ਜਾਣ, ਵਿੱਚ ਹੀ ਅਕਾਲੀ ਬਹਿ ਜਾਣ। ਅਸੀਂ ਕਹਿੰਦੇ ਹਾਂ ਵੀ ਤੁਸੀਂ ਸਾਰੇ, ਜਿੱਥੇ ਬੀਜੇਪੀ ਵਾਲੇ ਨੇ, ਵਿੱਚ ਹੀ ਆਪ ਵਾਲੇ ਨੇ, ਵਿੱਚ ਹੀ ਅਕਾਲੀ ਨੇ, ਵਿੱਚ ਹੀ ਕਾਂਗਰਸੀ ਨੇ, ਤੁਸੀਂ ਸਾਰੇ ਨਵੀਆਂ ਆਰਥਿਕ ਨੀਤੀਆਂ ਦੇ ਸਾਰੇ ਇੱਕ ਮਤ ਤੋਂ, ਤੁਸੀਂ ਸਾਰੇ ਆਰਥਿਕ ਨੀਤੀਆਂ ਦੇ, ਜਿਹੜੀਆਂ ਨੀਤੀਆਂ ਦੇ ਤਹਿਤ ਸਾਰਾ ਕੁਝ ਹੋ ਰਿਹਾ, ਉਹ ਤਾਂ ਤੁਹਾਡਾ ਸਾਰਿਆਂ ਦਾ ਕਿਤੇ ਨਾ ਕਿਤੇ ਡੱਕਾ ਡਿੱਗਿਆ ਉੱਧਰਲੇ ਪਾਸੇ। ਅਸੀਂ ਵਿਰੋਧੀ ਹਾਂ, ਤੁਸੀਂ ਸਾਡੇ ਨਾਲ ਸਿਆਣੇ ਕਿਵੇਂ ਹੋ? ਜਿਹੜੇ ਲੋਕ ਕੱਲ੍ਹ ਤੱਕ ਕਹਿੰਦੇ ਸੀ ਵੀ ਇਹ ਆਰਡੀਨੈਂਸ ਤਾਂ ਦੇਸੀ ਘਿਓ ਵਾਂਗੂ ਲੱਗਣਗੇ ਤੁਹਾਨੂੰ, ਇਹ ਉਹਨਾਂ ਨੇ ਅੱਜ ਕਿਉਂ ਪੈਂਤੜਾ ਬਦਲ ਲਿਆ? ਇਸ ਕਰਕੇ ਇਹ ਕਹਿਣਾ ਠੀਕ ਨਹੀਂ ਵੀ ਕਿਸਾਨ ਜਥੇਬੰਦੀਆਂ ਕਿਸੇ ਦੀਆਂ ਗੁੰਮਰਾਹ ਕੀਤੀਆਂ ਹੋਈਆਂ ਨੇ। ਕਿਸਾਨ ਜਥੇਬੰਦੀਆਂ ਨੇ ਬਿਲਕੁਲ ਪੜ੍ਹ ਕੇ ਫੈਸਲਾ ਲਿਆ, ਵਿੱਚ ਸੋਚ ਕੇ ਫੈਸਲਾ ਲਿਆ ਕਿ ਇਹ ਜਿਹੜੀਆਂ ਨੀਤੀਆਂ ਨੇ ਖੇਤੀ ਨੂੰ ਤਬਾਹ ਕਰ ਦੇਣਗੀਆਂ, ਕਿਸਾਨਾਂ ਦੀ ਮੌਤ ਦੇ ਬਰੰਟ ਨੇ। ਇਹ ਜ਼ਮੀਨਾਂ ਖੋਹਣ ਦਾ ਮਸਲਾ ਹੈ, ਇਹ ਜ਼ਮੀਨਾਂ ਖੋਹਣ ਨੂੰ ਲੜੀ ਜਾ ਰਹੀ ਹੈ, ਇਹ ਅਸੀਂ ਜਾਣਦੇ।
ਅਸਤੀਫੇ ਤੋਂ ਪਹਿਲਾਂ ਬਾਦਲ ਦਲ ਨੇ ਜਾਂ ਅਕਾਲੀ ਦਲ ਨੇ ਤੁਹਾਡੇ ਨਾਲ ਰਾਬਤਾ ਵੀ ਕਾਇਮ ਕੀਤਾ ਸੀ, ਜਿਹਾ ਤੁਸੀਂ ਪਟਿਆਲਾ ਧਰਨੇ ਦੇ ਵਿੱਚ ਸੰਬੋਧਨ ਦੌਰਾਨ ਇੱਕ ਵਿਚਾਰ ਇਹ ਦੱਸਿਆ ਸੀ, ਆਪਣੇ ਸਾਰੇ ਲੋਕਾਂ ਦੇ ਸਾਹਮਣੇ ਵਿਚਾਰ ਕੀਤਾ ਸੀ ਤੁਸੀਂ? ਬਿਲਕੁਲ ਕੀਤਾ ਸੀ। 10 ਸਤੰਬਰ ਵਾਲੇ 10 ਸਤੰਬਰ ਨੂੰ ਸਾਡੀ ਮੀਟਿੰਗ ਹੋਈ ਹੈ ਚੰਡੀਗੜ੍ਹ। ਅਕਾਲੀ ਪਾਰਟੀ ਨੇ ਬਕਾਇਦਾ ਸਾਨੂੰ ਲਿਖਤੀ ਚਿੱਠੀ ਦਿੱਤੀ ਸੀ ਵੀ ਸਾਡੇ ਨਾਲ ਬੈਠ ਕੇ ਮੀਟਿੰਗ ਕਰੋ ਇਹਨਾਂ ਦੇ ਉੱਤੇ, ਆਰਡੀਨੈਂਸਾਂ ਉੱਤੇ। ਉਸ ਮੀਟਿੰਗ ਦੇ ਵਿੱਚ ਉਸ ਟਾਈਮ ਅਕਾਲੀ ਦਲ ਦਾ ਸਟੈਂਡ ਸੀ ਵੀ ਜੀ ਜਿਹੜੇ ਇਹਦੇ ਵਿੱਚ ਆਰਡੀਨੈਂਸ ਦੇ ਵਿੱਚ ਗਲਤ ਲਾਈਨ ਹੈ ਜੀ ਆਪਾਂ ਕਟਵਾ ਦਿੰਦੇ ਹਾਂ। ਅਸੀਂ ਤਾਂ ਕਿਹਾ ਸੀ ਵੀ ਤੁਸੀਂ ਭੁਲੇਖੇ 'ਚੋਂ, ਇਹ ਸਾਰੇ ਦਾ ਸਾਰਾ ਆਰਡੀਨੈਂਸ ਖਰਾਬ ਹੈ, ਇਹ ਆਰਡੀਨੈਂਸ ਕਿਸਾਨ ਵਿਰੋਧੀ ਹੈ, ਤੁਸੀਂ ਪੜ੍ਹੋ ਇਹਨੂੰ। ਉਹਨਾਂ ਨੇ ਚੰਗੀ ਗੱਲ ਹੈ ਵੀ ਸਾਡੀ ਗੱਲ ਸੁਣੀ ਹੈ, ਗੱਲ ਸੁਣ ਕੇ ਉਹਨਾਂ ਨੇ ਕੋਈ ਤਰ੍ਹਾਂ ਬਦਲਿਆ। ਉਸ ਤੋਂ ਬਾਅਦ ਉਹਨਾਂ ਨੇ ਇੱਥੋਂ ਤੱਕ ਗਏ ਨੇ, ਤੁਸੀਂ ਸਾਰਾ ਕੁਝ ਦੇਖਿਆ ਹੀ ਹੈ, ਜਾਮ ਵੀ ਲਾਤਾ, ਅਲਾਇੰਸ ਵੀ ਤੋੜਤਾ, ਅਸਤੀਫਾ ਵੀ ਦੇਤਾ, ਕੀ ਕੁਛ ਕੀਤਾ, ਜਾਮ ਸਾਰੇ ਐਕਸ਼ਨ 'ਚ ਆ ਕੇ ਹੁਣ ਸਰੇਆਮ ਵਿਰੋਧ ਕਰ ਰਹੇ ਨੇ ਆਰਡੀਨੈਂਸਾਂ ਦਾ। ਉਹਨਾਂ ਨੂੰ ਤੱਕ ਪਤਾ ਨਹੀਂ ਸੀ, ਇਸ ਕਰਕੇ ਜਿਹੜੇ ਬੀਜੇਪੀ ਦਾ ਕੇਡਰ ਬੈਠਾ ਹੈ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਇਹ ਆਰਡੀਨੈਂਸ ਇਕੱਲੇ ਸਾਡੇ ਵਿਰੋਧੀ ਨਹੀਂ ਵੀ ਕਿਸਾਨਾਂ ਦਾ ਨੁਕਸਾਨ ਕਰਨਗੇ, ਇਹ ਮਜ਼ਦੂਰਾਂ ਦਾ ਵੀ ਨੁਕਸਾਨ ਕਰਨਗੇ, ਕੁੱਲ ਖਪਤਕਾਰ ਹੈ ਜਿਹੜਾ ਹਿੰਦੁਸਤਾਨ ਦਾ ਉਹਦਾ ਵੀ ਨੁਕਸਾਨ ਕਰਨਗੇ, ਕਿਉਂਕਿ ਜ਼ਖੀਰੇਬਾਜ਼ੀ ਨੂੰ ਛੋਟ ਦਿੱਤੀ ਹੋਈ ਹੈ ਇੱਥੇ। ਇਹ ਸੈਲਰ ਮਾਲਕਾਂ ਦਾ ਨੁਕਸਾਨ ਕਰਨਗੇ, ਇਹ ਮੰਡੀ ਬੋਰਡ ਦਾ ਨੁਕਸਾਨ ਕਰਨਗੇ, ਇਹ ਆੜ੍ਹਤੀਆਂ ਦਾ ਨੁਕਸਾਨ ਕਰਨਗੇ। ਇਹਨੇ MSP ਵੀ ਖਤਮ ਕਰ ਦੇਣੀ ਹੈ, ਕਿਉਂਕਿ ਜੇ ਸਰਕਾਰੀ ਮੰਡੀ ਦੇ ਬਰਾਬਰ ਪ੍ਰਾਈਵੇਟ ਮੰਡੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਪ੍ਰਾਈਵੇਟ ਵਪਾਰੀਆਂ ਨੂੰ ਉਤਸ਼ਾਹਿਤ ਕਰਕੇ ਕੁਝ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਤਾਂ ਸਰਕਾਰੀ ਮੰਡੀ ਫੇਲ ਹੋ ਗਈ ਤਾਂ MSP ਦਾ ਕਾਗਜ਼ਾਂ 'ਚ ਹੀ ਰਹਿ ਜੂਗੀ। ਇਸ ਕਰਕੇ ਇਹ ਸਾਰਿਆਂ ਦਾ ਵਿਰੋਧੀ ਆਰਡੀਨੈਂਸ ਹੈ, ਇਸ ਕਰਕੇ ਸਾਰੇ ਲੋਕ ਇੱਧਰ ਨੂੰ ਮੁੜੀ ਜਾਂਦੇ ਨੇ। ਆ ਹੁਣ ਇਕੱਲੇ ਇੱਕ ਪੰਜਾਬ ਦੇ ਵਿੱਚ ਤਾਂ BJP ਵਾਲੇ ਰਹਿ ਗਏ। ਇਹਨਾਂ ਭਰਾਵਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਭਾਈ ਸੋਚ ਲਓ, ਇਹ ਠੀਕ ਨਹੀਂ ਹੈਗਾ, ਪੈਰਾਂ ਤੋਂ ਮਿੱਟੀ ਨਿਕਲ ਜੂਗੀ ਤੁਹਾਡੇ, ਲੋਕਾਂ ਨੇ ਨਹੀਂ ਮਾਫ਼ ਕਰਨਾ। ਆ ਜਾਓ। ਭਵਾਨੀਗੜ੍ਹ ਕਿਸਾਨ ਧਰਨੇ ਦੇ ਦੌਰਾਨ ਭਗਵੰਤ ਮਾਨ ਪਹੁੰਚੇ ਸਪੈਸ਼ਲ ਪਿਛਲੇ ਦਿਨ, ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਉਹਨਾਂ ਦਾ ਕਿਸਾਨਾਂ ਦੇ ਸੰਬੋਧਨ ਦੇ ਵਿੱਚ ਉੱਥੇ ਪਹੁੰਚਣਾ, ਕਿਸਾਨਾਂ ਦੇ ਧਰਨੇ 'ਚ ਪਹੁੰਚਣਾ? ਸਾਡੇ ਧਰਨੇ 'ਚ ਤਾਂ ਭਗਵੰਤ ਮਾਨ ਨਹੀਂ ਪਹੁੰਚ ਸਕਦਾ। ਦੂਜੀਆਂ ਜਥੇਬੰਦੀਆਂ ਭਗਵੰਤ ਮਾਨ ਨੂੰ ਸੱਦਣ, ਕਿਸੇ ਹੋਰ ਸਿਆਸੀ ਲੀਡਰ ਨੂੰ ਸੱਦਣ, ਕਿਉਂਕਿ ਉਹ ਦੂਜੀਆਂ ਜਥੇਬੰਦੀਆਂ ਨੇ, ਉਹ ਆਪਣੇ ਆਪ 'ਚ ਉਹਨਾਂ ਦੇ ਫੈਸਲੇ ਲੈਣ ਦਾ ਅਧਿਕਾਰ ਹੈ। ਅਸੀਂ ਉਹਨਾਂ ਦੇ ਨੀਤੀ ਪਾਲਿਸੀ ਬਾਰੇ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਤੁਹਾਡੀ ਨੀਤੀ ਪਾਲਿਸੀ ਖਰਾਬ ਹੈ। ਹਰ ਇੱਕ ਜਥੇਬੰਦੀ ਦੀ ਆਪਦੀ ਹੋਂਦ ਹੈ, ਆਪਦਾ ਵਿਚਾਰ ਹੈ ਉਹਨਾਂ ਦਾ। ਕਿਸੇ ਨੂੰ ਐਂ ਲੱਗਦਾ ਵੀ ਇਹ ਘੋਲ ਸਿਆਸੀ ਪਾਰਟੀਆਂ ਦੇ ਨਾਲ ਰਲ ਕੇ ਜਿੱਤਿਆ ਜਾ ਸਕਦਾ, ਕਿਸੇ ਨੂੰ ਐਂ ਲੱਗਦਾ ਵੀ ਸਿਆਸੀ ਪਾਰਟੀਆਂ ਰਲ ਕੇ ਘੋਲ ਨੂੰ ਖਰਾਬ ਕਰਨਗੀਆਂ। ਉਹ ਸਾਡਾ ਪੈਂਤੜ ਹੈ, ਅਸੀਂ ਆਪਦੇ ਪੈਂਤੜੇ 'ਤੇ ਖੜ੍ਹੇ, ਉਹ ਆਪਦੇ ਪੈਂਤੜੇ 'ਤੇ ਖੜ੍ਹੇ, ਇਹਦਾ ਕਿਸੇ ਨੂੰ ਅਧਿਕਾਰ ਹੀ ਹੈ। ਉਗਰਾਹਾਂ ਸਾਹਿਬ, ਇੱਕ ਹੋਰ ਜਿਸ ਤਰ੍ਹਾਂ ਕਿਸਾਨ ਅੰਦੋਲਨ ਚੱਲ ਰਿਹਾ, ਇਸ ਦੇ ਨਾਲ ਕਿਉਂਕਿ ਜਦੋਂ ਕੋਈ ਦੇਸ਼ ਦੇ ਵਿੱਚ ਸਮੱਸਿਆ ਗੰਭੀਰ ਰੂਪ ਲੈਂਦੀ ਹੈ, ਉਸ ਦੇ ਚੱਲਦੇ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਵੀ ਹੁੰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਰਸਤੇ ਅਪਣਾਏ ਜਾਂਦੇ ਨੇ। ਰਾਜਸਥਾਨ ਦੇ ਵਿੱਚ ਰਾਜਸਥਾਨ ਸਰਕਾਰ ਨੇ APMC ਐਕਟ ਜਿਹੜਾ ਹੈ ਉਹ ਵੇਅਰ ਹਾਊਸ ਤੇ FCI ਦੇ ਗੋਦਾਮਾਂ ਦੇ ਉੱਪਰ ਲਾਗੂ ਕਰ ਦਿੱਤਾ ਹੈ ਕਿ ਇੱਥੇ ਮੰਡੀ ਫੀਸ ਜੋ ਵੀ ਲੱਗਦੀ ਹੈ ਉਸੇ ਤਰ੍ਹਾਂ ਹੀ ਇਹ ਫਸਲਾਂ ਦੀ ਖਰੀਦ ਹੋਵੇਗੀ। ਕਹਿਣ ਤੋਂ ਭਾਵ ਹੈ ਇੱਕ ਵਾਰੀ ਮੋਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਆਰਡੀਨੈਂਸਾਂ ਨੂੰ ਉਹਨਾਂ ਨੇ ਰੋਕ ਲਾਉਣ ਦਾ ਯਤਨ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਉਹ ਗ੍ਰਾਮ ਸਭਾਵਾਂ ਨੂੰ ਇਸ ਪਾਸੇ ਕਹਿ ਰਹੇ ਨੇ ਕਿ ਤੁਸੀਂ ਮਤੇ ਪਾ ਕੇ ਭੇਜੋ, ਗ੍ਰਾਮ ਸਭਾ ਦਾ ਜੋ ਵੀ ਉੱਥੇ ਇਜਲਾਸ ਬੁਲਾਇਆ ਜਾਂਦਾ, ਮਤਾ ਪਾ ਦਿੱਤਾ ਜਾਂਦਾ, ਉਸ ਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ। ਤੁਸੀਂ ਇਹਨਾਂ ਦੋਨਾਂ ਵਿਚਾਰਾਂ ਨੂੰ, ਦੋਨੇ ਜਿਹੜੇ ਰਸਤੇ ਦੱਸੇ ਜਾ ਰਹੇ ਨੇ, ਇੱਕ ਕਿਸਾਨ ਨੇਤਾ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੈਂ ਇਹਨੂੰ ਕੀ ਸਮਝਦਾ ਵੀ ਇਹ ਗ੍ਰਾਮ ਸਭਾ ਦੀ ਡੈਫੀਨੇਸ਼ਨ ਤੇ ਪੰਚਾਇਤਾਂ ਤੇ ਗ੍ਰਾਮ ਸਭਾ, ਵੀ ਗ੍ਰਾਮ ਸਭਾ ਦੇ ਮਤੇ ਕਿੰਨਾ ਕਿ ਇਹ ਕੇਂਦਰ ਸਰਕਾਰ ਨੂੰ ਪ੍ਰਭਾਵਿਤ ਕਰ ਸਕਦੇ ਨੇ, ਕੋਈ ਕਿਆਸ ਨਹੀਂ ਲਾਇਆ ਜਾ ਸਕਦਾ ਵੀ ਕਿੰਨਾ ਕਰਨਗੇ। ਹਾਂ, ਇੱਕ ਪਬਲਿਕ ਮੂਵਮੈਂਟ ਹੈਗੀ ਆ, ਮਾਸ ਮੂਵਮੈਂਟ ਦੇ ਤੌਰ 'ਤੇ ਇਹਨੂੰ ਵਰਤਿਆ ਜਾ ਸਕਦਾ। ਐਂ ਤਾਂ ਜਥੇਬੰਦੀਆਂ ਦੇ ਵਿੱਚ ਵੀ ਚੱਲਿਆ ਵੀ ਗ੍ਰਾਮ ਸਭਾ ਦੇ ਮਤੇ ਪਵਾਓ, ਅਤੇ ਮਤੇ ਪਾ ਪੰਚਾਇਤਾਂ ਵੀ ਨੇ, ਗ੍ਰਾਮ ਸਭਾ ਦੇ ਮਤੇ ਵੀ ਪਈ ਜਾਂਦੇ ਨੇ। ਇਹ ਕਿੰਨਾ ਕੁ ਲਾਭਕਾਰੀ ਹੋਊਗਾ, ਇਹ ਕਿੰਨਾ ਕੁ ਕੇਂਦਰ 'ਤੇ ਅਸਰ ਪਾ ਦੂਗਾ, ਇਹਦੇ ਬਾਰੇ ਕੁਛ ਕਿਹਾ ਨਹੀਂ। ਉਹਨਾਂ ਦਾ ਕਹਿਣਾ ਹੈ, ਜਾਂ ਆਪਾਂ ਸਮਝ ਲਈਏ ਗ੍ਰਾਮ ਸਭਾ ਦੇ ਜਿਹੜੇ ਨਿਯਮ ਨੇ, ਅਸੀਂ ਵੀ ਉਹਨਾਂ ਨੂੰ ਪੜ੍ਹਿਆ ਵਾਚਿਆ, ਉਸ ਦੇ ਵਿੱਚ ਕਿ ਜੇਕਰ ਰਜਿਸਟਰਡ ਕਾਰਵਾਈ ਦੇ ਵਿੱਚ ਪਾਇਆ ਹੋਇਆ ਮਤਾ ਜਿਹੜਾ, ਬੇਸ਼ੱਕ ਸਰਪੰਚ ਵੀ ਸਹਿਮਤ ਨਾ ਹੋਵੇ, ਅਗਰ ਉਸ ਪਿੰਡ ਦੇ ਜਾਂ ਉਸ ਕਸਬੇ ਦੇ 20% ਵੋਟਰ ਜਿਹੜੇ ਨੇ ਉੱਥੇ ਮਤਾ ਪਾ ਦਿੰਦੇ ਨੇ, ਗ੍ਰਾਮ ਸਭਾ ਬੁਲਾ ਲੈਂਦੇ ਨੇ, ਚਾਹੇ BDPO ਵੱਖਰਾ ਆਪਣਾ ਇੱਕ ਬੰਦਾ ਲਾ ਕੇ ਉਸ ਸਭਾ ਨੂੰ ਸੰਬੋਧਨ ਕਰਕੇ ਕਾਰਵਾਈ ਪਾਵੇ, ਉਸ ਪਾਏ ਹੋਏ ਮਤੇ ਨੂੰ ਕਾਰਵਾਈ ਰਜਿਸਟਰ ਦੇ ਵਿੱਚ ਜਿਹੜਾ ਪਾ ਚੁੱਕੇ ਨੇ, ਉਸ ਨੂੰ ਕਿਸੇ ਵੀ ਜਗ੍ਹਾ ਦੇ ਵਿੱਚ ਭਾਰਤ ਦੇ ਵਿੱਚ ਚੈਲੰਜ ਨਹੀਂ ਕੋਈ ਵੀ ਕਰ ਸਕਦਾ। RBI ਦੇ ਵਿੱਚੋਂ ਪੌਣੇ 2 ਲੱਖ ਕਰੋੜ ਰੁਪਈਆ ਕੇਂਦਰ ਦੀ ਸਰਕਾਰ ਨੇ
ਕਢਾ ਕੇ ਵਰਤ ਲਿਆ। ਵਿਧਾਨਾ ਕਹਿ ਦਿੰਦਾ ਕਿਹੜੇ ਵਿਧਾਨ ਨੂੰ ਮੰਨਦੇ ਨੇ ਇਹ? ਕਦੋਂ ਵਿਧਾਨ ਮੰਨਿਆ ਇਹਨਾਂ ਨੇ? ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਕੀਤਾ ਪਾਸ ਕਰ ਲਿਆ ਜਵਾਨੀ। ਰਾਜ ਸਭਾ ਦੇ ਵਿੱਚ ਜੇ ਇੱਕ ਮੈਂਬਰ ਵਿਰੋਧ ਕਰ ਲਵੇ ਤਾਂ ਵੋਟਿੰਗ ਹੁੰਦੀ ਹੈ। ਮੰਨਦੇ ਨੇ ਵਿਧਾਨ ਨੂੰ? ਇਹ ਕਿਹੜੀ ਗੱਲ ਹੈ ਇਹ ਜਿਹੜੀ ਵਿਧਾਨ ਨੂੰ ਮੰਨਦੇ ਨਹੀਂ? ਇਹ ਜੇ ਤੁਹਾਡੀ ਗੱਲਬਾਤ ਤੋਂ ਵੇਖਿਆ ਜਾਵੇ ਇਹਦਾ ਮਤਲਬ ਇਹ ਕਿ ਸਿਆਸੀ ਸਟੰਟ ਹੈ ਮਾਨ ਸਾਹਿਬ ਦਾ। ਇੱਕ ਇਹ ਹੈ ਵੀ ਇਹ ਠੀਕ ਹੈ, ਚਲੋ ਉਹਨਾਂ ਦਾ ਲੱਗ ਸਕਦਾ ਹੋਊਗਾ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਮੈਂ ਤਾਂ ਤੁਹਾਨੂੰ ਇੱਕ ਕਹਿਣਾ ਚਾਹੁੰਦਾ ਵੀ ਠੀਕ ਹੈ, ਉਹਨਾਂ ਕੋਲ ਗ੍ਰਾਮ ਸਭਾ ਕੋਲ ਇਹ ਅਧਿਕਾਰ ਹੋਊਗਾ, ਉਹਨਾਂ ਨੇ ਪੜ੍ਹਿਆ ਹੋਊਗਾ। ਇਹ ਜਿਹੜੇ ਲੋਕ ਨੇ ਇਹ ਹੁਮਾਂ ਦੇ ਮਾਰੇ ਹੋਏ ਨੇ, ਹੰਕਾਰੀ ਰਾਜਾਂ ਵਾਂਗ ਇਹਨਾਂ ਦੇ ਫੈਸਲੇ ਹੁੰਦੇ ਆ। ਇਹ ਜਿਹੜੇ ਫੈਸਲੇ ਲੈਂਦੇ ਆ ਇਹ ਕਹਿੰਦੇ ਵੀ ਜੋ ਗਲਤ ਕਰਤਾ ਠੀਕ ਕਰਤਾ, ਸਾਡਾ ਇਹ ਮੰਨਿਆ ਜਾਊਗਾ। ਹੁਣ ਤੱਕ ਜਿੰਨੇ ਫੈਸਲੇ ਨੇ ਗੈਰ ਸੰਵਿਧਾਨਕ ਫੈਸਲੇ ਕੀਤੇ ਹੋਏ ਨੇ ਉਹਨਾਂ ਦੇ ਅਤੇ ਉਹ ਲਾਗੂ ਹੋਏ ਨੇ। ਫਿਰ ਗ੍ਰਾਮ ਸਭਾ ਦੇ ਫੈਸਲੇ ਨੂੰ ਕਿੰਨਾ ਕੁ ਮੰਨਣਗੇ, ਕਿੰਨਾ ਕਰਨਗੇ, ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਆਪਣੇ ਜਿੰਨੀਆਂ ਵੀ ਕਿਸਾਨ ਯੂਨੀਅਨ ਦੇ ਜਿਹੜੇ ਪਿਛਲੇ ਦਿਨਾਂ ਦੇ ਦੌਰਾਨ ਧਰਨੇ ਪ੍ਰਦਰਸ਼ਨ ਹੋਏ ਨੇ, ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਜਿਹੜੇ ਨੇ ਉਹਨਾਂ ਨੇ ਸ਼ਿਰਕਤ ਵੀ ਕਰੀ, ਜਿੱਥੇ ਉਹ ਬਹੁਤ ਹੀ ਸਤਿਕਾਰ ਨਾਲ ਇੱਕ ਕਿਸਾਨ ਪੁੱਤਰ ਦੇ ਨਾਤੇ ਜ਼ਮੀਨ 'ਤੇ ਵੀ ਬੈਠੇ ਨੇ। ਜਿਹਾ ਉਹਨਾਂ ਨੂੰ ਕਿਸਾਨ ਯੂਨੀਅਨ ਦੇ ਆਗੂਆਂ ਨੇ ਜੋ ਉਹਨਾਂ ਨੂੰ ਹੁਕਮ ਕੀਤਾ ਉਹਨਾਂ ਨੇ ਮੰਨਿਆ, ਜਿਸ ਦਾ ਥੋੜ੍ਹਾ ਜਿਹਾ ਤਲਖ ਕਲੀਮੀ ਵੀ ਪੇਸ਼ ਹੋਈ। ਇਸ ਦੇ ਨਾਲ ਨਾਲ ਖਾਲਸਾ ਏਡ ਜਥੇਬੰਦੀ ਹੋਵੇ, ਚਾਹੇ ਗੁਰੂ ਘਰ ਦੇ ਕਾਰ ਸੇਵਾ ਵਾਲੇ ਬਾਬੇ ਨੇ, ਜਾਂ ਹੋਰ ਜਿਹੜੇ ਕਿਸਾਨ ਪੁੱਤਰ ਨੇ ਟਰਾਲੀਆਂ ਭਰ ਭਰ ਕੇ ਉੱਥੇ ਲੰਗਰਾਂ ਦੀਆਂ ਲੈ ਕੇ ਪਹੁੰਚੇ। ਤੁਸੀਂ ਆਉਣ ਵਾਲੇ ਸਮੇਂ ਦੇ ਦੌਰਾਨ ਕਾਫੀ ਲੋਕਾਂ ਨੇ ਇਸ ਦੇ ਵਿੱਚ ਕਿਤੇ ਨਾ ਕਿਤੇ ਕਮੀ ਮਹਿਸੂਸ ਕੀਤੀ ਹੈ ਕਿ ਜਿਹੜੇ ਆਗੂ ਨੇ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਨਹੀਂ ਸੀ ਆਉਣਾ ਚਾਹੀਦਾ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਅਸੀਂ ਕਲਾਕਾਰਾਂ ਦਾ, ਸਾਰੇ ਕਲਾਕਾਰਾਂ ਦਾ ਤਾਂ ਅਸੀਂ ਧੰਨਵਾਦ ਕਰਦੇ, ਪਰ ਜਦੋਂ ਕਲਾਕਾਰ ਆਉਂਦੇ ਨੇ, ਕਲਾਕਾਰਾਂ ਤੋਂ ਅਸੀਂ ਉਹਨਾਂ ਦਾ ਮਾਣ ਸਨਮਾਨ ਕੀਤਾ ਹੈ, ਉਹਨਾਂ ਨੂੰ ਟਾਈਮ ਦਿੱਤਾ ਹੈ ਬੋਲਣਾ, ਪਰ ਉਹਨਾਂ ਤੋਂ ਫਰਕ ਇੱਕ ਰਿਹਾ ਵੀ ਜਦੋਂ ਉਹ ਆਏ ਨੇ, ਜੇ ਸਾਨੂੰ ਐਡਵਾਂਸ ਇਨਫੋਰਮੇਸ਼ਨ ਕੀਤੀ ਹੁੰਦੀ ਵੀ ਅਸੀਂ ਆ ਰਹੇ ਹਾਂ ਜਾਂ ਅਸੀਂ ਇੱਥੇ ਆ ਗਏ, ਤਾਂ ਅਸੀਂ ਪ੍ਰੈਸ ਨੂੰ ਅਤੇ ਆਪਣੇ ਵਲੰਟੀਅਰਾਂ ਨੂੰ ਲਾ ਕੇ, ਜਿਵੇਂ ਉੱਥੇ ਪੰਡਾਲ ਦੇ ਵਿੱਚ ਖੜ੍ਹ ਪਿਆ, ਤੁਸੀਂ ਦੇਖੀ ਜਾਓ ਉੱਥੇ ਕਿੰਨਾ ਰੌਲਾ ਪਿਆ। ਸਾਡਾ ਇਹ ਖਾਸਾ ਸੀ ਵੀ ਜਦੋਂ ਉਹ ਪੰਡਾਲ ਦੇ ਵਿੱਚ ਦਾਖਲ ਹੋਣਗੇ ਉਦੋਂ ਪਬਲਿਕ ਉੱਠੂਗੀ, ਐਡੇ ਵੱਡੇ ਇਕੱਠ ਨੂੰ ਸਾਹਮਣਾ ਔਖਾ ਹੋ ਜਾਊਗਾ। ਇਸ ਗੱਲ 'ਚੋਂ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਦੱਸ ਕੇ ਆਉਂਦੇ, ਜੇ ਅਸੀਂ ਮਤਲਬ ਪ੍ਰੈਸ ਨੂੰ ਤੁਹਾਡੇ ਕੋਲ ਭੇਜਦੇ ਪਹਿਲਾਂ, ਫਿਰ ਅਸੀਂ ਆਪਣੇ ਵਲੰਟੀਅਰ ਨੂੰ ਦੱਸਦੇ ਵੀ ਭਾਈ ਕਲਾਕਾਰ ਆ ਰਹੇ ਨੇ, ਤੁਸੀਂ ਖੜ੍ਹੇ ਨਹੀਂ ਹੋਣਾ, ਸਵਾਲ ਨਹੀਂ, ਖੜ੍ਹ ਨਹੀਂ ਪਾਉਣਾ, ਸੈੱਟ ਕਰਕੇ ਤੁਸੀਂ ਗੱਲ ਵੀ ਕਰ ਲਓ, ਤੁਸੀਂ ਨੌਜਵਾਨਾਂ ਨੇ ਮਿਲਣਾ ਮਿਲ ਵੀ ਲਓ। ਉਹਨਾਂ ਦਾ ਜਿਹੇ ਜਿਹੇ ਕਲਾਕਾਰ ਨੇ, ਉਹਨਾਂ ਦਾ ਨੌਜਵਾਨੀ ਦੇ ਹਿੱਸੇ ਦੇ ਵਿੱਚ ਜਿਵੇਂ ਉਹਨਾਂ ਚਾਅ ਵੀ ਸੀ, ਉਤਸ਼ਾਹ ਹੈ, ਉਹਨਾਂ ਦਾ ਸਤਿਕਾਰ ਵੀ ਹੈ। ਸਤਿਕਾਰ ਅਸੀਂ ਵੀ ਕੀਤਾ, ਸਤਿਕਾਰ ਅਸੀਂ ਇਹ ਨਹੀਂ ਵੀ ਕਰਦੇ, ਸਤਿਕਾਰ ਉਹਨਾਂ ਦਾ ਅਸੀਂ ਇਸ ਕਰਕੇ ਨਹੀਂ ਕਰਦੇ ਵੀ ਉਹ ਵੱਡੇ ਕਲਾਕਾਰ ਨੇ। ਸਤਿਕਾਰ ਅਸੀਂ ਇਸ ਕਰਕੇ ਕਰਦੇ ਹਾਂ ਵੀ ਉਹ ਕਲਾਕਾਰ ਇਸ ਕਿਸਮ ਦੇ ਨੇ ਜਿਨ੍ਹਾਂ ਨੇ ਜਿੰਨੇ ਗੀਤ ਲਿਖੇ ਨੇ ਜਾਂ ਗਾਏ ਨੇ ਉਹ ਲੋਕਾਂ ਦੇ ਗੀਤ ਨੇ, ਲੋਕਾਂ ਦੀ ਧਰਤੀ ਦੇ ਗੀਤ ਨੇ, ਉਹ ਸੱਭਿਆਚਾਰਕ ਪੱਖੋਂ ਉੱਚੇ ਸੁੱਚੇ ਗੀਤ ਨੇ, ਨੱਚਰ ਨੇ। ਉਹ ਭੈਣ ਭਰਾਵਾਂ ਦੇ ਵਿੱਚ ਸੁਣੇ ਜਾ ਸਕਦੇ ਨੇ, ਉਹ ਪਰਿਵਾਰ ਦੇ ਵਿੱਚ ਸੁਣੇ ਜਾ ਸਕਦੇ ਨੇ। ਉਹ ਇੱਕ ਇਹੋ ਜਿਹੀ ਗਾਥਾ ਨੂੰ ਬਿਆਨ ਕਰਦੇ ਨੇ ਜਿਹੜੀ ਲੋਕਾਂ ਦੀ ਤੁਲਨਾ ਨਾਲ ਹਕੀਕਤ ਨਾਲ ਜੁੜੀ ਹੋਈ ਹੈ। ਇਸ ਕਰਕੇ ਅਸੀਂ ਜਿਵੇਂ ਹੁਣ ਜਿਹੜੇ ਗਾਇਕ ਉੱਥੇ ਬੋਲੇ ਨੇ, ਅਸੀਂ ਉਹਨਾਂ ਨੂੰ ਟਾਈਮ ਦਿੱਤਾ ਹੈ, ਉਹੋ ਜਿਹੀ ਤਾਂ ਲਕੀਰ ਅਸੀਂ ਨਿਖੇੜਾ ਕਰਦੇ ਹਾਂ। ਉਹਨਾਂ ਲੋਕਾਂ ਨੂੰ ਅਸੀਂ ਦਿੰਦੇ ਹਾਂ ਸਮਾਂ, ਜਿਹੜੇ ਲੱਚਰ ਸੱਭਿਆਚਾਰ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਗੁਰੇਜ਼ ਕਰਦੇ। ਕਹਿਣ ਤੋਂ ਬਾਅਦ ਜਿਹੜਾ ਕੋਈ ਨਿਮਾਣਾ ਬਣ ਕੇ ਆਪਣੇ ਬੱਚਿਆਂ ਵਾਂਗਾ ਧਰਤੀ ਪੁੱਤਰ ਬਣ ਕੇ, ਪੰਜਾਬ ਦਾ ਪੁੱਤਰ ਬਣ ਕੇ, ਧੀ ਬਣ ਕੇ ਆਏਗਾ, ਤੁਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਤਰ੍ਹਾਂ ਦਾ ਪਿਆਰ ਦੇਵੋਗੇ? ਜੀ ਆਇਆਂ ਨੂੰ। ਦੂਜਾ ਮੇਰਾ ਸਰ ਸਵਾਲ ਇਹ ਸੀ, ਜਿਸ ਤਰ੍ਹਾਂ ਜਥੇਬੰਦੀਆਂ ਨੇ ਜਿੱਥੇ ਜਿੱਥੇ ਵੀ ਆਪਣੇ ਰੋਸ ਪ੍ਰਦਰਸ਼ਨ ਕੀਤੇ ਨੇ, ਉੱਥੇ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਜਿਹੜਾ ਲੰਗਰਾਂ ਦੇ ਪ੍ਰਬੰਧ ਚਾਹੀਦੇ ਹਨ, ਜਿਸ ਨੂੰ ਕਾਰ ਸੇਵਾ ਵਾਲੇ ਬਾਬੇ, ਇਸ ਦੇ ਨਾਲ ਨਾਲ ਮੁਸਲਮਾਨ ਭਾਈਚਾਰਾ ਜਿਹੜਾ ਮਲੇਰਕੋਟਲੇ ਤੋਂ ਉਹ ਮਿੱਠੇ ਚੌਲਾਂ ਦੀਆਂ ਦੇਗਾਂ ਲੈ ਕੇ ਆਏ। ਇਸੇ ਤਰ੍ਹਾਂ ਹੀ ਸਨੌਰ ਏਰੀਏ ਦੇ ਵਿੱਚੋਂ ਕਿਸਾਨ ਬੱਚੇ ਜਿਹੜੇ ਨੇ ਉਹ ਵੱਡੀਆਂ ਟਰਾਲੀਆਂ ਭਰ ਕੇ ਲੰਗਰਾਂ ਦੀਆਂ ਲੈ ਕੇ ਆਏ, ਅਤੇ ਉਹਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਉਹਨਾਂ ਨੇ ਮਹਿਸੂਸ ਕਰਿਆ। ਮੇਰੇ ਨਾਲ ਵੀ ਨਿੱਜੀ ਤੌਰ 'ਤੇ ਉਹਨਾਂ ਨੇ ਗੱਲਬਾਤ ਕਰੀ ਹੈ ਕਿ ਜਥੇਬੰਦੀ ਦੇ ਕਿਸੇ ਵੀ ਆਗੂ ਨੇ ਆਣ ਕੇ ਸਾਡੀ ਹੌਸਲਾ ਅਫਜ਼ਾਈ ਨਹੀਂ ਕੀਤੀ। ਕੀ ਕਹਿਣਾ ਚਾਹੋਗੇ? ਜਿੰਨੀਆਂ ਸੰਗਤਾਂ ਸਾਨੂੰ ਲੰਗਰ ਲੈ ਕੇ ਆਈਆਂ ਨੇ, ਜਿਨ੍ਹਾਂ ਨੇ ਸਾਡੀ ਅਸੀਂ ਹੌਸਲਾ ਅਫਜ਼ਾਈ ਕੀਤੀ ਹੈ, ਲੰਗਰ ਦੀ ਸੇਵਾ ਕਰਨਾ, ਵੱਡੇ ਵੱਡੇ ਇਕੱਠਾਂ ਦੀ ਸੇਵਾ ਕਰਨਾ, ਇਹ ਸਾਡੀ ਵਿਰਾਸਤ ਹੈ। ਇਹ ਕੋਈ ਨਵੀਂ ਗੱਲ ਨਹੀਂ, ਆਏ ਨੇ ਉਹ ਪਹਿਲਾਂ ਤੋਂ ਕਰਦੇ ਰਹੇ ਹਾਂ ਅਸੀਂ, ਪਰ ਇਹਦਾ ਇੱਕ ਵਿਸ਼ੇਸ਼ ਹੈ ਵੀ ਜਿਹੜੇ ਲੰਗਰ ਨਾਲ ਜੁੜੇ ਹੋਏ ਲੋਕ ਨੇ, ਉਹ ਇਸ ਧੰਦੇ ਨਾਲ ਜੁੜੇ ਹੋਏ ਲੋਕ ਨੇ, ਚਾਹੇ ਉਹ ਪਿੰਡਾਂ ਦੇ ਲੋਕ ਨੇ, ਚਾਹੇ ਕੁਝ ਧਾਰਮਿਕ ਸੰਸਥਾਵਾਂ ਦੇ ਲੋਕ ਨੇ, ਉਹ ਇਸ ਧੰਦੇ ਦੇ, ਇਸ ਮਿੱਟੀ ਨਾਲ ਪਿਆਰ ਹੈ ਉਹਨਾਂ ਦਾ। ਉਹਨਾਂ ਨੂੰ ਇਹ ਵਿਰਾਸਤ 'ਚੋਂ ਮਿਲੀ ਹੋਈ ਚੀਜ਼ ਹੈ। ਉਹ ਆਪਦੇ ਲੋਕਾਂ ਦੇ, ਆਪਦੇ ਮੋਰਚੇ ਦੇ, ਆਪਦੇ ਲੋਕਾਂ ਨੇ, ਉਹਨਾਂ ਲੋਕ ਲੜਾਈ ਲੜ ਰਹੇ ਨੇ ਜਿਹੜੇ ਇਸ ਮਿੱਟੀ ਦੀ, ਇਸ ਧਰਤੀ ਦੀ ਲੜਾਈ ਲੜ ਰਹੇ ਨੇ, ਜਿਹੜੇ ਆਪਣੇ ਬੱਚਿਆਂ ਦੀ ਰੋਟੀ ਰੋਜੀ ਦੀ ਲੜਾਈ ਲੜ ਰਹੇ ਨੇ,
ਉਗਰਾਹਾਂ ਸਾਹਿਬ ਇੱਕ ਗੱਲੋਂ ਮੈਂ ਤੁਹਾਡੀ ਗੱਲ ਨੂੰ ਵਿੱਚ ਟੋਕ ਰਿਹਾ, ਤੁਸੀਂ ਵਧਾਈ ਦੇ ਪਾਤਰ ਵੀ ਹੈ ਜਥੇਬੰਦੀ, ਜਿਸ ਤਰ੍ਹਾਂ ਤੁਸੀਂ ਸਖਤ ਅਨੁਸ਼ਾਸਨ ਅਪਣਾਇਆ ਹੈ। ਇਸ ਦੇ ਚੱਲਦੇ ਇੱਕ ਤੁਹਾਡੇ ਇਹ ਵੀ ਧਿਆਨ 'ਚ ਲਿਆ ਦੇਵਾਂ ਕਿ ਜਿੰਨੇ ਵੀ ਲੰਗਰ ਵਾਲੀਆਂ ਸੰਗਤਾਂ ਸਨ ਜਾਂ ਚਾਹੇ ਗਾਇਕ ਵੀ ਸਨ, ਉਹਨਾਂ ਨੇ ਸਭ ਨੇ ਪੂਰੀ ਮਰਿਆਦਾ ਨਿਭਾਈ ਹੈ। ਜੇ ਮੰਨ ਲਓ ਕਿਸੇ ਗੁਰੂ ਘਰ ਦੀ ਕੋਈ ਕਮੇਟੀ ਵੀ ਪਹੁੰਚੀ ਸੀ ਨਾ, ਤਾਂ ਉਹਨਾਂ ਨੇ ਕੋਸ਼ਿਸ਼ ਕਰੀ ਕਿ ਘੱਟ ਤੋਂ ਘੱਟ ਬੰਦੇ ਲਿਆ ਕੇ ਬਿਲਕੁਲ ਸਧਾਰਨ ਤਰੀਕੇ ਨਾਲ ਠਹਿਰਿਆ ਜਾਵੇ। ਇਸ ਦੇ ਵਾਸਤੇ ਤੁਹਾਡਾ ਸੱਚਮੁੱਚ ਧੰਨਵਾਦ ਧੰਨਵਾਦ ਕਰਨਾ ਬਣਦਾ। ਤੁਹਾਡੀ ਜਥੇਬੰਦੀ ਦੀ ਕਿੰਨੀ ਰਿਸਪੈਕਟ ਦੇ ਰਹੇ ਨੇ ਲੋਕ। ਨਹੀਂ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡੀ ਜਥੇਬੰਦੀ ਦਾ ਸਟੇਜ 'ਤੇ ਡਿਸਪਲਿਨ ਰਿਹਾ, ਇਹ ਉਹਨਾਂ ਦੇ ਸਹਿਯੋਗ ਦਾ ਸਦਕਾ ਹੈ। ਉਹਨਾਂ ਨੇ ਸਾਨੂੰ ਕਦੇ ਨਹੀਂ ਕਿਹਾ ਵੀ ਅਸੀਂ 15 ਪਿੰਡਾਂ 'ਚੋਂ ਲੰਗਰ ਲੈ ਕੇ ਆਏ, ਸਾਨੂੰ 5 ਮਿੰਟ ਟਾਈਮ ਦਿਓ। ਕਿਸੇ ਨੇ ਟਾਈਮ ਨਹੀਂ ਸਾਤੋਂ ਮੰਗਿਆ। ਇਹ ਗੱਲ ਚਲੋ ਅਸੀਂ ਜੇ ਕਿਤੇ ਰਹਿ ਗਈ, ਕੋਈ ਸੰਗਤਾਂ ਲੰਗਰ ਲੈ ਕੇ ਆਈ ਹੈ, ਉਹਨੇ ਸਾਨੂੰ ਨੋਟ ਕਰਾਇਆ ਜਾਂ ਬੋਲਿਆ ਨਹੀਂ ਗਿਆ, ਇਹਦੀ ਅਸੀਂ ਸ਼ਰੇਆਮ ਮਾਫ਼ੀ ਮੰਗਦੇ ਹਾਂ ਉਹਨਾਂ ਤੋਂ। ਉਹ ਸਾਨੂੰ ਮਾਫ਼ ਕਰਨ। ਸਾਡੇ ਭਰਾ ਨੇ, ਸਾਡੇ ਬੱਚੇ ਨੇ, ਉਹ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਡਿਸਪਲਿਨ ਨੂੰ ਮੇਨਟੇਨ ਕਰਨ ਦੀ ਖਾਤਰ ਜਿਹੜੀ ਸੰਸਥਾ ਨੂੰ ਜਿੱਥੇ ਵੀ ਬਹਿਣ ਨੂੰ ਕਹਿਤਾ, ਸਾਡਾ ਉਹਨਾਂ ਨੇ ਸਹਿਯੋਗ ਕੀਤਾ ਹੈ। ਇਸ ਗੱਲ 'ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਜਿੰਨੀ ਤੁਹਾਡੇ ਨਾਲ ਗੱਲਬਾਤ ਅੱਜ ਵੇਖੀ, ਇਸ ਦਾ ਨਿਚੋੜ ਇਹੀ ਨਿਕਲ ਰਿਹਾ ਹੈ ਕਿ ਟੂ ਦਾ ਪੁਆਇੰਟ, ਚਾਹੇ ਕੋਈ ਰਾਜਸਥਾਨ ਦੀ ਸਰਕਾਰ ਹੈ, ਚਾਹੇ ਪੰਜਾਬ ਸਰਕਾਰ ਇਸ APMC ਨੂੰ ਕਿਸੇ ਹੋਰ ਤਰੀਕੇ ਨਾਲ ਲਾਗੂ ਕਰਨਾ ਚਾਹੁੰਦੀ ਜਾਂ ਕੁਝ ਸਖਤੀ ਕਰਕੇ ਉਸ ਦਾ ਮੋਦੀ ਸਰਕਾਰ ਦੇ ਬਿੱਲਾਂ ਦਾ ਵਿਰੋਧ ਕਰਨਾ ਚਾਹੁੰਦੀ ਹੈ। ਪਰ ਜੇ ਤੁਹਾਡੀ ਗੱਲ ਨੂੰ ਵੇਖਿਆ ਜਾਵੇ ਕਿ ਮੁੱਖ ਦੀ ਗੱਲ 100 ਹੱਥ ਰੱਸਾ ਸਿਰੇ 'ਤੇ ਗੰਢ, ਤੁਹਾਡਾ ਇਹੀ ਕੋਸ਼ਿਸ਼ ਹੈ ਕਿ ਇਹਨਾਂ ਬਿੱਲਾਂ ਨੂੰ ਹੀ, ਇਹਨਾਂ ਕਾਨੂੰਨ ਨੂੰ ਹੀ ਅਸੀਂ ਵਾਪਸ ਕਰਾ ਕੇ ਛੱਡਣਾ। ਬਿਲਕੁਲ, ਅਸੀਂ ਤਾਂ ਕਹਿੰਦੇ ਵੀ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਜਿਹੜਾ ਨਿਗਮੀਕਰਨ ਤੇ ਨਿੱਜੀਕਰਨ ਦਾ ਹੱਲ ਆ ਰਿਹਾ, ਇਹ ਤਾਂ ਵਾਪਸ ਮੋੜਨਾ ਪੈਣਾ। ਇਹਨੇ ਸਾਰੇ ਪਬਲਿਕ ਸੈਕਟਰ ਨੂੰ ਤਬਾਹ ਕਰ ਦੇਣਾ। ਇਹਨੇ ਨਵੀਆਂ ਆਰਥਿਕ ਨੀਤੀਆਂ ਦਾ ਮਕਸਦ ਹੀ ਸਿਰਫ ਇਹ ਹੈ ਵੀ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫੇ ਦੇ ਕੇ ਉਹਨਾਂ ਦੇ ਮੁਨਾਫਿਆਂ 'ਚ ਵਾਧਾ ਕਰਨਾ। ਇਹ ਨਵੀਆਂ ਆਰਥਿਕ ਨੀਤੀਆਂ ਸਾਰੀਆਂ ਇਕੱਲਿਆਂ ਤੋਂ ਸਾਤੋਂ ਮੁੜਨੀਆਂ ਨਹੀਂ। ਇਹ ਸਭ ਦੇ ਸਹਿਯੋਗ ਨਾਲ, ਜਿਸ ਤਰ੍ਹਾਂ ਦੀ ਹੁਣ ਲਹਿਰ ਬਣੀ ਆ, ਇਹ ਸਭ ਦੇ ਸਹਿਯੋਗ ਨਾਲ ਮੁੜਨਗੀਆਂ। ਇਹਨੇ ਵਿੱਦਿਆ ਵੀ ਖਤਮ ਕਰਤੀ, ਇਹਨੇ ਇਲਾਜ ਵੀ ਖਤਮ ਕੀਤਾ, ਇਹਨੇ ਰੇਲਾਂ ਵੀ ਖਾ ਲਈਆਂ, ਇਹਨੇ ਹਵਾਈ ਅੱਡੇ ਵੀ ਖਾ ਲਏ, ਇਹਨੇ ਸੜਕਾਂ ਵੀ ਖਾ ਲਈਆਂ, ਇਹਨੇ ਪਾਣੀ ਵੀ ਖਾ ਜਾਣਾ, ਇਹਨੇ ਖਾਦ ਪਦਾਰਥਾਂ 'ਤੇ ਵੀ ਕੰਟਰੋਲ ਕਰਨਾ, ਇਹਨੇ ਪਾਣੀ 'ਤੇ ਵੀ ਕਬਜ਼ਾ ਕਰ ਲੈਣਾ। ਜੇਕਰ ਲੋਕ ਨਾ ਲੜੇ ਤਾਂ ਇਹ ਨਵੀਆਂ ਨੀਤੀਆਂ ਨੇ ਸਾਰੇ ਲੋਕਾਂ ਨੂੰ ਤਬਾਹ ਕਰਨਾ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਦੇ ਲਈ ਵਧਣੇ ਹੈ। ਅਤੇ ਕੁਛ % ਲੋਕ ਹੀ ਨੇ ਜਿਹੜੇ ਆਪਣੀ ਰੋਟੀ ਖਾ ਸਕਣਗੇ, ਬਾਰਿਆਂ ਨੂੰ ਗੁਲਾਮ ਬਣਾਉਣਗੇ। ਇੱਕ ਪ੍ਰਧਾਨ ਸਾਹਿਬ, ਜਿਹੜਾ ਪਟਿਆਲੇ ਜਦੋਂ ਧਰਨਾ ਪ੍ਰਦਰਸ਼ਨ ਜਾਰੀ ਸਨ, ਧਰਨਾ ਦਿੱਤਾ ਹੋਇਆ ਸੀ, ਉਸ ਸਮੇਂ ਦੇ ਦੌਰਾਨ ਸਿੱਧੂ ਮੂਸੇਵਾਲੇ ਜਿਹੜੇ ਪੰਜਾਬ ਦੇ ਨਾਮੀ ਕਲਾਕਾਰ ਨੇ, ਇਹਨਾਂ ਦੇ ਨਾਲ ਨਾਲ ਅੰਮ੍ਰਿਤ ਮਾਨ ਜਾਂ ਹੋਰ ਜਿਹੜੇ ਗਾਇਕ ਕਲਾਕਾਰ ਨੇ, ਉਹਨਾਂ ਨੇ ਤੁਹਾਡੇ ਨਾਲ ਸੰਪਰਕ ਸਾਧਨਾ ਚਾਹਿਆ ਸੀ ਅਤੇ ਤੁਸੀਂ ਉਸ ਧਰਨੇ ਦੇ ਵਿੱਚ, ਜੇ ਕਹਿ ਲਈਏ ਸਿੱਧੇ ਸ਼ਬਦਾਂ ਦੇ ਵਿੱਚ, ਉਹਨਾਂ ਨੂੰ ਮਨ੍ਹਾ ਕੀਤਾ ਸੀ। ਉਸ ਤੋਂ ਬਾਅਦ 'ਚ ਉਹਨਾਂ ਨੇ ਧਰਨਾ ਪ੍ਰਦਰਸ਼ਨ ਮਾਨਸਾ ਕੈਂਚੀਆਂ ਦੇ ਵਿੱਚ ਕੀਤਾ ਸੀ ਅਤੇ ਉਹਨਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਜ਼ਰੂਰ ਹੈ ਕਿ ਤੁਸੀਂ ਉਹਨਾਂ ਨੂੰ ਉਹ ਜੋ ਚਾਹੁੰਦੇ ਸਨ, ਮਤਲਬ ਜਿਸ ਤਰੀਕੇ ਨਾਲ, ਉਹ ਸਤਿਕਾਰ ਨਾਲ, ਤੁਸੀਂ ਉਸ ਤਰ੍ਹਾਂ ਸਮਾਂ ਨਹੀਂ ਦਿੱਤਾ ਉਹਨਾਂ ਨੂੰ। ਮੈਂ ਉਹਨਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਜਿਹੜਾ ਜਵਾਬ ਦਿੱਤਾ, ਆਪਦੀ ਮਜਬੂਰੀ ਸਮਝੀ, ਜਥੇਬੰਦੀ ਦੀ ਮਜਬੂਰੀ ਦੱਸਿਆ ਉਹਨਾਂ ਨੂੰ ਵੀ ਤੁਹਾਡੇ ਆਉਣ ਨਾਲ ਉੱਥੇ ਬਣ ਕੀ ਜਾਊਗਾ। ਅਸਲ ਵਿੱਚ ਤੁਹਾਡਾ ਗੀਤ ਗਾਉਣ ਦਾ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ, ਗੀਤ ਲੈ ਕੇ ਆ ਰਹੇ ਹੋ, ਉਹਨਾਂ ਦਾ ਸਾਡੇ ਜਥੇਬੰਦੀ ਦੇ ਵਰਕਰਾਂ ਦੇ ਵਿੱਚ ਪ੍ਰਭਾਵ ਕਿਸ ਕਿਸਮ ਦਾ ਗਿਆ ਹੋਇਆ। ਉਹ ਗੀਤਕਾਰੀ ਦੇਖੋ, ਉਹਨਾਂ ਦਾ ਪੇਸ਼ਾ ਹੈ ਗੀਤ ਗਾਉਣਾ, ਕਲਾਕਾਰ ਨੇ ਉਹ। ਲੋਕ ਕਈ ਕਿਸਮ ਦੇ ਲੋਕ ਨੇ ਇੱਥੇ, ਕੁਛ ਲੱਚਰ ਗੀਤਾਂ ਨੂੰ ਪਸੰਦ ਕਰਦੇ ਨੇ, ਕੋਈ ਇਹੋ ਜਿਹਾ ਹਿੱਸਾ ਵੀ ਹੈਗਾ ਜਿਹੜਾ ਲੱਚਰ ਗੀਤਾਂ ਨੂੰ ਪਸੰਦ ਨਹੀਂ। ਜੇ ਕਹਿ ਲਈਏ ਉਹਨਾਂ ਦੀ ਗਾਇਕੀ ਦਾ ਵੀ ਤੁਸੀਂ ਕਿਤੇ ਨਾ ਕਿਤੇ ਨਾਲ ਇਸ਼ੂ ਰੱਖਿਆ ਹੈ। ਇਕੱਲਾ ਇਹ ਨਹੀਂ ਕਿ ਉੱਥੇ ਭੀੜ ਇਕੱਠੀ ਹੋਊਗੀ, ਕਲਾਕਾਰ ਆ ਗਿਆ, ਤੁਸੀਂ ਉਹਨਾਂ ਦੀ ਜਿਹੜੀ ਗਾਉਣੀ ਹੈ, ਲਿਖਣੀ ਹੈ, ਉਸ ਨੂੰ ਵੀ ਲੈ ਕੇ ਨਾਲ ਚੱਲ ਰਹੇ ਸੀ। ਇਸ ਮਤਲਬ ਬਿਲਕੁਲ, ਅਸੀਂ ਇੱਥੇ ਤੁਹਾਨੂੰ ਪਹਿਲਾਂ ਸਾਫ਼ ਕਰਕੇ ਹਟੇ ਹਾਂ ਵੀ ਅਸੀਂ ਨਿਖੇੜਾ ਕਰਕੇ ਚੱਲ ਰਹੇ ਹਾਂ। ਦੇਖੋ, ਗੀਤ ਤਾਂ ਤੁਸੀਂ ਦੇਖੇ ਹੋਣੇ, ਸਾਡੀ ਸਟੇਜਾਂ 'ਤੇ ਕਿਹੜਾ ਗੀਤ ਨਹੀਂ ਵੱਜਦੇ। ਉਹ ਗੀਤਾਂ ਦੇ ਕੋਈ ਇਤਰਾਜ਼ ਨਹੀਂ। ਸਾਡੇ ਕੁੜੀਆਂ ਬੈਠੀਆਂ ਨੇ, ਮੁੰਡੇ ਭੈਣ ਭਰਾ ਬੈਠੇ ਹੁੰਦੇ ਨੇ, ਪਿਓ ਪੁੱਤੀ ਬੈਠੇ ਹੁੰਦੇ ਨੇ, ਕੋਈ ਗੀਤਾਂ ਦੇ ਇਤਰਾਜ਼ ਨਹੀਂ। ਇਸ ਕਿਸਮ ਦੇ ਜਿਹੜੇ ਗੀਤਕਾਰ ਨੇ, ਉਹਨਾਂ ਦੀ ਅਸੀਂ ਕਦਰ ਕਰਦੇ ਹਾਂ। ਦੂਜੀ ਗੱਲ ਤੁਸੀਂ ਦੇਖੋ ਵੀ ਜੇ ਫਰਜ਼ ਕਰ ਲਓ ਤੁਸੀਂ, ਹੁਣ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡਾ ਮਾਣ ਕਰਦੇ ਹਾਂ, ਸਾਡੇ ਬੱਚੇ ਹੋ, ਤੁਹਾਨੂੰ ਪਿਆਰ ਕਰਦੇ ਹਾਂ, ਵੀ ਤੁਸੀਂ, ਤੁਹਾਨੂੰ ਅਪੀਲ ਕਰਦੇ ਹਾਂ ਵੀ ਤੁਹਾਡੇ ਆਉਣ ਨਾਲ ਸਾਡੇ ਜਿਹੜੀ ਸਟੇਜ ਹੈ ਉਹਦੇ ਵਿੱਚ ਗੜਬੜਾਂ ਹੋ ਜਾਣਗੀਆਂ। ਤੁਸੀਂ ਦੇਖੋ ਵੀ ਉਹਨਾਂ ਨੇ ਮੁੱਸੇ ਇਕੱਠ ਕੀਤਾ ਮਾਨਸਾ ਦੇ ਵਿੱਚ, ਉੱਥੇ ਕਿਹੋ ਜਿਹਾ ਦੇਖਿਆ, ਕਿਹੋ ਜਿਹਾ ਪ੍ਰੋਗਰਾਮ ਸੀ। ਕੀ ਤੁਸੀਂ ਉਹ ਸਟੇਜ ਵੀ ਦੇਖੀ ਹੈ, ਸਾਡੀ ਸਟੇਜ ਵੀ ਦੇਖੀ ਹੈ। ਸਾਡੇ ਜਦੋਂ ਬੁਲਾਰਾ ਬੋਲਦਾ ਪੱਤਾ ਨਹੀਂ ਫਰਕਦਾ, ਉੱਥੇ ਜਦੋਂ ਬੁਲਾਰਾ ਬੋਲਦਾ ਚੀਕਾਂ ਪੈਂਦੀਆਂ ਨੇ। ਬੁਲਾਰਾ ਕੀ ਬੋਲਦਾ, ਗੀਤ ਗਾਉਂਦੇ ਆ। ਇਸ ਕਰਕੇ ਸਾਡਾ ਜਿਹੜਾ, ਅਸੀਂ ਕਹਿੰਦੇ ਵੀ ਸਿੱਧੂ ਮੂਸੇਵਾਲੇ ਨੂੰ ਵੀ ਜੇ ਤੁਸੀਂ ਕਿਸਾਨਾਂ ਦੇ ਪੁੱਤੋਂ, ਸਾਨੂੰ ਕਿਸਾਨਾਂ ਨੂੰ ਹੇਜ ਹੈ, ਗੀਤ ਕਿਸਾਨੀ ਦੇ ਲਿਖੋ।
ਕਿਸਾਨੀ ਦੇ ਫਿਰ ਦਰਦ ਜੇ ਇਸ ਨੂੰ ਵੇਖ ਲਿਆ ਜਾਵੇ ਫਿਰ ਟੇਢੇ ਢੰਗ ਨਾਲ ਇਹਦਾ ਮਤਲਬ ਤੋਂ ਹਰਭਜਨ ਮਾਨ ਨੇ ਤੁਹਾਡੀ ਆਵਾਜ਼ ਨੂੰ ਕਿਸੇ ਹੋਰ ਜਗ੍ਹਾ ਤੇ ਪਹੁੰਚਾਇਆ। ਹਰਭਜਨ ਮਾਨ ਨੇ ਨਾਭੇ ਸਟੇਜ ਲੱਗੀ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਮੈਂ ਜਿਸ ਦਿਨ ਦਾ ਗਾਉਣ ਲੱਗਾ ਵਾਂ ਮੈਂ ਸਾਰੇ ਗੀਤ ਉਹ ਗਾਏ ਨੇ ਜਿਹੜਾ ਮੈਂ ਆਪਣੀ ਭੈਣ ਦੇ ਨਾਲ ਬੈਠ ਕੇ ਗੀਤਾਂ ਨੂੰ ਸੁਣ ਸਕਾਂ। ਬਿਲਕੁਲ ਠੀਕ ਕੀਤਾ। ਅਸੀਂ ਤਾਂ ਕਹਿੰਦੇ ਵੀ ਇਸ ਤਰ੍ਹਾਂ ਦੇ ਕਲਾਕਾਰ ਚਾਹੀਦੇ ਨੇ ਸਾਨੂੰ ਗੀਤਕਾਰ ਹੀ ਇਸ ਚਾਹੀਦੇ ਨੇ। ਪੰਜਾਬ ਦੀ ਧਰਤੀ ਤਾਂ ਇਹੋ ਜਿਹੇ ਗੀਤਕਾਰ ਮੰਗਦੀ ਹੈ। ਜਿਹੜਾ ਹੁਣ ਦਾ ਸਮਾਂ ਤਾਂ ਇਹ ਕਹਿੰਦਾ, ਸਮਾਂ ਤਾਂ ਇਹ ਨਹੀਂ ਗੱਲ ਕਹਿੰਦਾ ਨਹੀਂ ਕਿ ਮੈਨੂੰ ਗਿਟਕਾਂ ਗਿਣਨ 'ਤੇ ਰੱਖ ਲੈ ਬੇਰੀਆਂ ਦੇ ਬੇਰ ਖਾਣੀਏ। ਇਹ ਕੀ ਹੁਣ ਨੌਜਵਾਨੀ ਗਿਟਕਾਂ ਗਿਣਨ ਵਾਲੀ ਰਹੇਗੀ ਬਸ। ਇਹ ਜਿਹੜੀਆਂ ਗੀਤਕਾਰੀ ਹੈ, ਤੂੜੀ ਪਾਉਂਦੀ ਦੀ ਗੁੱਤ ਲਿਬੜੀ, ਇਹ ਕਿਹੜੇ ਗੀਤਕਾਰੀ ਹੈ? ਕੌਣ ਪਾਊਗਾ ਤੂੜੀ ਭਲਾ? ਤੂੜੀ ਕਿਸੇ ਮਜ਼ਦੂਰ ਦੀ ਧੀ ਪਾਊਗੀ, ਤੂੜੀ ਕਿਸੇ ਕਿਸਾਨ ਦੀ ਧੀ ਪਾਊਗੀ। ਟਾਟੇ ਬਿਰਲਿਆਂ ਦੀ ਧੀ ਨੇ ਤਾਂ ਤੂੜੀ ਪਾਉਣੀ ਨਹੀਂ। ਯਾਨੀ ਗੀਤ ਗਾਉਣ ਲੱਗਿਆ ਚੱਲ ਗੀਤ ਗਾਉਂਦੇ ਆ, ਯਾਨੀ ਅਸੀਂ ਕਹਿੰਦੇ ਹਾਂ ਵੀ ਅਸੀਂ ਕਿਸੇ 'ਤੇ ਕਮੈਂਟ ਨਹੀਂ ਕਰਦੇ, ਨਾ ਸਿੱਧੂ ਮੂਸੇਵਾਲੇ 'ਤੇ ਕਮੈਂਟ ਆ, ਨਾ ਕਿਸੇ ਹੋਰ 'ਤੇ ਕਮੈਂਟ ਆ। ਅਸੀਂ ਉਹਨਾਂ ਸਾਰਿਆਂ ਨੂੰ ਕਹਿੰਦੇ ਭਰਾਵੋ ਤੁਸੀਂ ਜਿਹੜੇ ਗੀਤਕਾਰ ਹੋ, ਇੱਕ ਕਲਾਕਾਰ ਹੋ। ਕਲਾਕਾਰ ਦਾ ਚਲੋ ਆਪਣਾ ਪੇਸ਼ਾ ਹੈ। ਤੁਸੀਂ ਉਹ ਕਲਾ ਦੇ ਵਿੱਚ ਇਹੋ ਜਿਹੇ ਲੋਕ ਵੀ ਨੇ ਜਿਹੜੇ ਇਹੋ ਜਿਹੇ ਗੀਤ ਕਹਿੰਦੇ ਨੇ ਵੀ ਚੂੰਦੇ ਸਿੱਟ। ਹੁਣ ਕੁਛ ਇਹੋ ਜਿਹੇ ਲੋਕ ਵੀ ਨੇ ਜਿਹੜੇ ਭਾਈ ਗੀਤ ਵੀ ਉਹ ਸਿੱਟ ਜਿਹੜੇ ਅਸੀਂ ਭੈਣ ਭਰਾ ਬੈਠ ਕੇ ਸੁਣ ਲਈਏ। ਯਾਨੀ ਸਾਰੇ ਕਿਸਮ ਦੇ ਲੋਕ ਨੇ। ਇਸ ਕਰਕੇ ਸਾਡੀ ਜਥੇਬੰਦੀ ਦਾ ਇਹ ਬਣਿਆ ਵੀ ਲੱਚਰ ਗੀਤ ਗਾਉਣ ਵਾਲੇ ਕਿਸੇ ਕਲਾਕਾਰ ਨੂੰ ਨਾਲ ਦੇ ਵਿੱਚ ਥਾਂ। ਇੱਕ ਹਰਭਜਨ ਮਾਨ ਉਹਨਾਂ ਨੇ ਇਹ ਗੱਲ ਵੀ ਉੱਥੇ ਕਰੀ ਸੀ ਕਿ ਮੈਂ ਜਦੋਂ ਇੱਥੇ ਆਉਣਾ ਸੀ ਮੇਰੇ ਜਿਹੜੇ ਸਾਥੀ ਕਲਾਕਾਰ ਨੇ ਮੈਂ ਲਗਭਗ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਦਾ ਸੰਗੀਤ ਸੱਭਿਆਚਾਰ ਜਿਹੜਾ ਗੰਧਲਾ ਨਹੀਂ। ਅਤੇ ਦੂਸਰਾ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਮੈਂ ਕਿਹੜੀ ਜਥੇਬੰਦੀ ਦੇ ਕੋਲ ਜਾ ਕੇ ਹਾਜ਼ਰੀ ਲਵਾਵਾਂ, ਮੈਨੂੰ ਇਹ ਚੀਜ਼ ਦਾ ਇਲਮ ਨਹੀਂ। ਤਾਂ ਮੈਨੂੰ ਵੇਲੇ ਦੀ ਗੱਲ ਪ੍ਰੋਗਰਾਮ ਕਹਿੰਦੇ ਮੈਂ ਸੁਣਦਾ ਹੁੰਦਾ ਪੰਜਾਬੀ ਟ੍ਰਿਬਿਊਨ ਦੀ, ਉਸ ਦੇ ਵਿੱਚ ਕਹਿੰਦੇ ਸ਼੍ਰੀ ਚਰਨਜੀਤ ਜੀ ਨੇ ਮੈਨੂੰ ਕਿਹਾ ਵੀ ਜੇ ਜਾਣਾ ਤਾਂ ਉਗਰਾਹਾਂ ਜਥੇਬੰਦੀ ਦੇ ਪ੍ਰੋਗਰਾਮ ਧਰਨੇ ਦੇ ਵਿੱਚ ਜਾ। ਤਾਂ ਸਰ ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਆਉਂਦੀਆਂ ਨੇ ਤੁਹਾਨੂੰ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਹੈ ਕਿ ਇਸ ਦੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਦੀਆਂ ਹੋਰ ਵੀ ਜ਼ਿੰਮੇਵਾਰੀਆਂ ਵੱਧਦੀਆਂ ਨੇ? ਦੇਖੋ ਅਸੀਂ ਜਦੋਂ ਇਹ ਮੈਨੂੰ ਚਰਨਜੀਤ ਭੁੱਲਰ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਉੱਥੇ ਹਰਭਜਨ ਮਾਨ ਨੇ ਬੋਲਣ ਜਾਣਾ, ਅਸੀਂ ਉਹਨਾਂ ਦੇ ਚਰਨਜੀਤ ਭੁੱਲਰ ਦੇ ਕਹਿਣ ਤੋਂ ਪਹਿਲਾਂ ਫੈਸਲਾ ਕਰ ਚੁੱਕੇ ਸੀ। ਪਹਿਲਾਂ ਸਾਡਾ ਇਹ ਸੀ ਵੀ ਗੀਤਕਾਰ ਆਉਣਗੇ, ਲੋਕ ਉੱਠਣਗੇ, ਰੌਲਾ ਪਾਉਣਗੇ। ਅਸੀਂ ਇਹ ਸੀ ਵੀ ਜੋ ਉਹ ਆਉਂਦੇ ਨੇ ਫਿਰ ਵੀ ਇਸ ਕੈਟੇਗਰੀ ਦੇ ਜਿਹੜੇ ਗੀਤਕਾਰ ਨੇ ਉਹਨਾਂ ਨੂੰ ਆਪਾਂ ਨੂੰ ਬਕਾਇਦਾ ਥਾਂ ਦੇਣਾ ਚਾਹੀਦਾ। ਅਸੀਂ ਫੈਸਲਾ ਵੀ ਕਰ ਲਿਆ ਸੀ ਵੀ ਜੇ ਆਉਣ ਦੀ ਗੱਲ ਕਰਨ, ਫੋਨ 'ਤੇ ਗੱਲ ਕਰਨ, ਉਹਨਾਂ ਨੂੰ ਕਹਿ ਦਿਓ ਵੀ ਖੁੱਲ੍ਹੇ ਮਨ ਨਾਲ ਆਓ। ਸਾਡਾ ਹੁਣ ਵੀ ਹੈ ਵੀ ਹੁਣ ਵੀ ਅਸੀਂ ਸਟੇਜਾਂ ਲਾਉਣੀਆਂ ਨੇ ਖੁੱਲ੍ਹੇ ਮਨ ਨਾਲ ਆਉਣ, ਅਸੀਂ ਨਹੀਂ ਉਹਨਾਂ ਨੂੰ ਰੋਕਦੇ। ਇਸ ਕਰਕੇ ਸਾਨੂੰ ਇਹ ਨਿਖੇੜਾ ਕਰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਬਣ ਗਿਆ ਕਿਉਂਕਿ ਅਸੀਂ ਕਹਿੰਦੇ ਹਾਂ ਵੀ ਜਥੇਬੰਦੀਆਂ ਦੀਆਂ ਕੁਆਲਿਟੀਆਂ ਨੇ। ਸਾਡੀ ਜਥੇਬੰਦੀ ਦੀ ਆਪਦੀ ਇੱਕ ਕੁਆਲਿਟੀ ਹੈ, ਸਾਡੀ ਜਥੇਬੰਦੀ ਦੀ ਆਪਦੀ ਇੱਕ ਲੀਹ ਹੈ, ਸਾਡੀ ਸੋਚਣੀ ਹੈ। ਅਸੀਂ ਆਪਣੀ ਸੋਚ ਦੇ ਆਧਾਰ 'ਤੇ ਫੈਸਲੇ ਕਰਨ ਦਾ ਸਾਨੂੰ ਅਧਿਕਾਰ ਹੈ। ਅਸੀਂ ਕਿਹਨੂੰ ਬਿਠਾਉਣਾ ਕਿਹਨੂੰ ਨਹੀਂ ਬਿਠਾਉਣਾ, ਅਸੀਂ ਧੱਕੇ ਨਾਲ ਕਿਸੇ ਨੂੰ ਉਠਾਈਏ, ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰੀਏ ਵੀ ਤੁਸੀਂ ਨਾ ਆਓ, ਤੁਹਾਡੀ ਵੀ ਇੱਜ਼ਤ ਰਹਿੰਦੀ, ਸਾਡੀ ਵੀ ਇੱਜ਼ਤ ਰਹਿੰਦੀ ਹੈ। ਇਹ ਅਸੀਂ ਕਿਸੇ ਵੀ ਮੂਸੇ ਵਾਲੇ ਨੂੰ ਕਦੇ ਐ ਨਹੀਂ ਕਿਹਾ ਵੀ ਤੈਨੂੰ ਅਸੀਂ ਉੱਥੇ ਵੜਨ ਦੇਣਾ, ਖਬਰਦਾਰ ਆਈ। ਇਹ ਸ਼ਬਦਾਵਲੀ ਕਦੇ ਨਹੀਂ ਵਰਤੀ। ਸਾਡੇ ਤੋਂ ਮੇਰਾ ਬੱਚਾ ਬਰਾਬਰ ਹੈ, ਸਾਡੇ ਤੋਂ ਛੋਟਾ ਹੈ, ਅਸੀਂ ਪਿਆਰ ਨਾਲ ਹੀ ਕਿਹਾ ਵੀ ਤੂੰ ਕਾਕਾ ਨਾ। ਇੱਕ ਸਰ ਪੰਜਾਬ ਦੀ ਨਾਮੀ ਐਕਟਰੈਸ ਮਾਡਲ ਹਿਮਾਂਸ਼ੀ ਖੁਰਾਣਾ ਜਿਹੜੀ ਕਹਿ ਲਈਏ ਇੱਕ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਹਿੱਸਾ ਵੀ ਸੰਗੀਤ ਸੱਭਿਆਚਾਰ ਦਾ, ਉਸ ਦੇ ਨਾਲ ਨਾਲ ਉਹਨਾਂ ਨੇ ਨਾਭਾ ਧਰਨੇ ਦੇ ਦੌਰਾਨ ਕਿਹਾ ਮੈਂ ਇੱਕ ਪੰਜਾਬ ਦੀ ਧੀ, ਇੱਕ ਜ਼ਿੰਮੇਵਾਰ ਧੀ ਬਣ ਕੇ ਇਸ ਧਰਨੇ ਦੇ ਵਿੱਚ ਪਹੁੰਚੀ ਹਾਂ। ਜਿਸ ਤਰ੍ਹਾਂ ਉਗਰਾਹਾਂ ਜਥੇਬੰਦੀ ਦੇ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਮੂਲੀਅਤ ਕਰ ਰਹੀਆਂ ਨੇ, ਉਸ ਇੱਕ ਧੀ ਦੇ ਇੱਕ ਮੈਸੇਜ ਤੋਂ ਆਉਣ ਵਾਲੇ ਦਿਨਾਂ ਦੌਰਾਨ ਤੁਸੀਂ ਸੋਚਦੇ ਹੋ ਕਿ ਪੰਜਾਬ ਦੀਆਂ ਧੀਆਂ ਵੀ ਵੱਡੇ ਗਿਣਤੀ ਦੇ ਵਿੱਚ ਕਾਫਲਿਆਂ ਦੇ ਰੂਪ ਦੇ ਵਿੱਚ ਆਉਣਗੀਆਂ ਆਪਣੇ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੋਣਗੇ? ਦੇਖੋ ਮੈਂ ਹਿਮਾਂਸ਼ੀ ਖੁਰਾਣਾ ਬਾਰੇ ਕੁਝ ਬਹੁਤਾ ਨਹੀਂ ਜਾਣਦਾ ਜੀ, ਉਹ ਮੈਨੂੰ ਜਾਣਕਾਰੀ ਨਹੀਂ ਹੈ ਵੀ ਉਹ ਸਾਡੇ ਚੈਨਲ ਦੇ ਉੱਪਰ ਲਾਈਵ ਹੈ। ਚਲੋ ਉਹ ਕਿਸ ਕਿਸਮ ਦੀ ਜੇ ਚੰਗੇ ਸੁਭਾਅ, ਚੰਗੇ ਸੱਭਿਆਚਾਰ, ਚੰਗੀ ਵਿਰਾਸਤ ਦੀ ਮਾਲਕ ਹੈ, ਕੋਈ ਵੀ ਚਾਹੇ ਔਰਤ ਹੈ, ਉਹ ਚਾਹੇ ਚੰਗੀ ਕਲਾਕਾਰ ਹੈ, ਚਾਹੇ ਚੰਗੀ ਲੇਖਕ ਹੈ, ਚਾਹੇ ਚੰਗੀ ਉਹ ਕਹਾਣੀਆਂ ਲਿਖਦੀ ਹੈ, ਚਾਹੇ ਉਹ ਨਾਟਕਕਾਰ ਹੈ, ਕਿਸੇ ਸਟੇਜ 'ਤੇ ਵੀ ਕੋਈ ਚੰਗਾ ਕੰਮ, ਕੋਈ ਚੰਗੀ ਸਮਾਜ ਸੇਵਾ ਹੈ, ਚੰਗੇ ਲੋਕਾਂ ਦੀ ਤਾਂ ਅਸੀਂ ਕਦਰ ਆਪਾਂ ਗੱਲਬਾਤ ਕਰਾਂਗੇ ਉਗਰਾਹਾਂ ਯੂਨੀਅਨ ਦੇ ਜਨਰਲ ਸਕੱਤਰ ਜ਼ਿਲ੍ਹਾ ਸੰਗਰੂਰ ਦੇ ਸਰਦਾਰ ਦਰਬਾਰਾ ਸਿੰਘ। ਸਰ ਤੁਹਾਨੂੰ ਪੁੱਛਣਾ ਚਾਹਾਂਗੇ ਜਿਸ ਤਰ੍ਹਾਂ ਧਰਨੇ ਸਮਾਪਤ ਹੋ ਚੁੱਕੇ ਨੇ, ਉਗਰਾਹਾਂ ਜਥੇਬੰਦੀ ਨੇ ਆਪੋ ਆਪਣੇ ਵਰਕਰ, ਆਪਣੇ ਵਲੰਟੀਅਰ, ਆਪਣੇ ਕਿਸਾਨ, ਆਪਣੇ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਵਾਪਸ ਘਰਾਂ ਨੂੰ ਬੁਲਾਇਆ। ਆਉਣ ਵਾਲੇ ਦਿਨਾਂ ਦੇ ਦੌਰਾਨ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਤੁਹਾਡੀ? ਉਹ ਜਿਹੜਾ ਪ੍ਰੋਗਰਾਮ ਸੀਗਾ 26 ਤੱਕ ਉਹਨੂੰ ਸਮਾਪਤ ਕਰਕੇ ਹੁਣ ਪਿੰਡਾਂ ਦੇ ਵਿੱਚ ਤਿਆਰੀ ਕਰ ਰਹੇ ਹਾਂ ਕਿ ਅਸੀਂ ਨੇ ਅਗਲਾ ਪ੍ਰੋਗਰਾਮ ਰੂਪ ਰੇਖਾ ਤਿਆਰ ਕਰਨੀ ਹੈ। ਅਸੀਂ ਉਸੇ ਸਾਡੇ ਆਗੂ ਟੀਮ ਦੇ ਮੁਤਾਬਕ ਅਸੀਂ ਅਗਲੇ ਪ੍ਰੋਗਰਾਮ ਦੀ ਤਿਆਰੀ ਕਰਦੇ ਹਾਂ। ਪਿੰਡਾਂ 'ਚੋਂ ਗੱਲ ਨੂੰ ਲੈ ਕੇ ਜਾਂਦੇ ਹਾਂ, ਹਰੇਕ ਚੁੱਲ੍ਹੇ ਤੱਕ ਅਸੀਂ ਇਹ ਗੱਲ ਪਹਿਲਾਂ ਵੀ ਲੈ ਕੇ ਗਏ ਹਾਂ ਵੀ ਜੋ ਇਹ ਖੇਤੀ ਆਰਡੀਨੈਂਸ ਨੇ ਇਹਨਾਂ ਨੇ ਕਿਵੇਂ ਖੇਤੀ ਧੰਦੇ ਨੂੰ ਫੇਲ ਕਰ ਦੇਣਾ,
ਕਿਵੇਂ ਬਹੁਤ ਸਾਰੇ ਵਰਗਾਂ ਦੇ ਉੱਤੇ ਇਹਦਾ ਮਾੜਾ ਅਸਰ ਪੈਣਾ ਹੈ, ਜਿਹਦੇ ਕਰਕੇ ਸਾਡੇ ਨਾਲ ਅੱਜ ਹਰ ਇੱਕ ਵਰਗ ਦੇ ਲੋਕ ਨੇ ਜਿਹੜੇ ਸਾਡੇ ਪ੍ਰੋਗਰਾਮਾਂ 'ਤੇ ਸਾਡੇ ਧਰਨੇ 'ਚ ਸ਼ਾਮਲ ਹੁੰਦੇ ਨੇ। ਉਹ ਚਾਹੇ ਕੋਈ ਛੋਟਾ ਦੁਕਾਨਦਾਰ ਹੈ, ਚਾਹੇ ਕੋਈ ਮਜ਼ਦੂਰ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਹੋਰ ਅੱਡ ਅੱਡ ਸਮਝ ਲਾ ਵੀ ਕੈਟਾਗਰੀਆਂ ਦੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇਹ ਆਰਡੀਨੈਂਸਾਂ ਨੇ ਪੰਜਾਬ ਨੂੰ ਖਤਮ ਕਰ ਦੇਣਾ ਹੈ। ਜੇ ਕਿਸਾਨ ਨਾ ਰਿਹਾ ਤਾਂ ਅਸੀਂ ਕੋਈ ਵੀ ਨਹੀਂ ਰਹਿੰਦੇ। ਵੱਡੇ ਇਕੱਠ ਸਾਡੇ ਹੋ ਰਹੇ ਨੇ।